ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਿਹਨੂੰ ਸਿਮਰੋ? ਆਦ ਗੁਰੇ ਨ ਮੈਨੂੰ, ਜੁਗਾਦ ਗੁਰੇ ਨ ਮੈਨੂੰ, ਸਤਿਗੁਰੇ ਨ ਮੈਨੂੰ, ਸ੍ਰੀ ਗੁਰਦੇਵ ਨੂੰ। ਇਹ ਲਾਈਨ ਨਾਲ ਜੁੜ ਕੇ ਰਹੋ। ਤੁਹਾਡਾ ਅਤੀਤ ਵੀ ਹੈ ਇਹਦੇ ਵਿੱਚ, ਜੁਗਾਦ ਵੀ ਹੈ, ਜਾਂ ਮਾਇਆ ਚਾਹੇ ਉਹ ਵੀ ਹੈ ਰੂਪ, ਤੇ ਪਿੱਛੇ ਜਿਹੜਾ ਅੰਦਰ ਹੈ ਹੁਣ ਵਾਲਾ ਰੂਪ ਵੀ ਹੈ, ਜਿਹੜਾ ਹੋਸੀ ਸੱਚ ਵਾਲਾ ਉਹ ਰੂਪ ਵੀ ਹੈ। ਹੋਸੀ ਸੱਚ ਕਿਹੜਾ? ਜਿਹੜਾ ਝੂਠਾ ਮਨ ਹੈ ਉਹ ਵੀ ਹੋਸੀ ਸੱਚ ਬਣਨਾ, ਸੱਚੇ ਹੋਸੀ ਉਹ ਵੀ, ਤਾਂ ਕਿਹੜਾ ਛੁੱਟੂਗਾ? ਉਹਨੇ ਵੀ ਸੱਚ ਸਰੂਪ ਹੈ ਬਣਨਾ, ਆਪਣੇ ਅਤੀਤ ਰੂਪ ਵਿੱਚ ਆਉਣਾ। ਇਹ ਸਿਮਰਨ ਦੇ ਵਿੱਚ ਧਿਆਨ ਚ ਰੱਖ ਕੇ ਇਹ ਕੰਮ ਕਰਨ ਆਇਆ ਤਾਂ ਅਤੀਤ ਰੂਪ ਜਾਵਾਂਗੇ, ਤਿਰਗੁਣ ਅਤੀਤ ਹੋਵਾਂਗੇ। ਇਹ ਸਿਮਰਨ ਰੱਖੋ, ਸਿਮਰਨ ਦੇ ਵਿੱਚ ਰੱਖੋ। ਬਾਕੀ ਜਿਹੜਾ ਬਾਹਰਲਾ ਸਰੀਰ ਹੈ ਇਹਦੇ ਖਾਤਰ ਜਿਹੜਾ ਦੁਨੀਆ ਕਰਦੀ ਹੈ, ਦੁਨੀਆ 'ਚ ਧਿਆਨ ਨਾ ਰੱਖੋ। ਸੰਸਾਰ ਧਿਆਨ ਨਾ ਰੱਖੋ ਵੀ ਕੌਣ ਮੇਰੇ ਤੇ ਮੂਹਰੇ ਕਾਰ ਕੱਢ ਕੇ ਲੈ ਗਿਆ, ਕੌਣ ਪਿੱਛੇ ਰਹਿ ਗਿਆ, ਕੌਣ ਮੇਰੇ ਨਾਲ ਅਮੀਰ ਹੋ ਗਿਆ, ਕੌਣ ਗਰੀਬ ਹੋ ਗਿਆ। ਇਹ ਸਾਡਾ ਵਿਸ਼ਾ ਨਹੀਂ ਹੈ ਇੱਥੇ। ਸੰਸਾਰ ਦੀ ਤਰੱਕੀ ਦਾ ਵਿਸ਼ਾ ਹੀ ਨਹੀਂ ਸਾਡਾ, ਬਹੁਤ ਤਰੱਕੀ ਦਾ ਵਿਸ਼ਾ। ਬੁੱਧ ਬਲ ਵਧਾਉਣ ਆਏ ਤੇ ਸੰਸਾਰ ਦੇ 3 ਬਲ ਵਧਾਉਣ ਲੱਗ ਗਏ। ਸੰਸਾਰ ਦਾ ਜਿਹੜਾ 3 ਬਲ ਸੰਸਾਰ ਦੇ ਨੇ, ਸੰਸਾਰੀ ਅਕਲ ਵਧਾਉਣ ਲੱਗ ਗਏ, ਜਾਂ ਤਾਂ ਉਹ ਵਧਾਉਣ ਲੱਗ ਗਏ ਸੰਸਾਰੀ ਇੱਜ਼ਤ ਮਾਇਆ ਵਾਸਤੇ, ਜਾਂ ਸੰਸਾਰ ਦੇ ਵਿੱਚ ਬਾਹੂਬਲ ਵਧਾਉਣ ਲੱਗ ਗਏ, ਮਿੱਤਰ ਜ਼ਿਆਦਾ ਬਣਾਉਣ ਲੱਗ ਗਏ। ਉਹਦੇ ਵਿੱਚ ਵੀ ਸੁੱਖ ਨਹੀਂ, ਰਾਜ ਕਰਨ ਵਾਸਤੇ, ਆਪਣਾ ਸਿੱਕਾ ਚਲਾਉਣ ਵਾਸਤੇ, ਜਾਂ ਫਿਰ ਭਾਈ ਧਨ ਇਕੱਠਾ ਕਰ ਲਾਂਗੇ, ਧਨ ਬਲ, ਬੁੱਧ ਬਲ। ਇਹ 3 ਬਲ ਸੰਸਾਰ ਦੇ ਨੇ। ਜਿਹੜੇ ਵੱਲ ਲੈਣ ਆਇਆ ਸੀ ਇਹਨਾਂ ਨੂੰ ਤਿਆਗਣ ਦਾ, ਇਹਨਾਂ ਤਿੰਨਾਂ ਨੂੰ ਤਿਆਗਣ ਦਾ ਸੀ ਪਹਿਲਾਂ ਕੰਮ। ਸੰਤੋਖ ਇਹਨਾਂ ਤਿੰਨਾਂ ਤੋਂ ਹੀ ਕਰਨਾ। ਨਾ ਸੰਸਾਰੀ ਅਕਲ ਚਾਹੀਦੀ ਹੈ, ਜਿੰਨੀ ਕੁ ਲੋੜ ਹੈ ਉਨੀ ਚਾਹੀਦੀ ਹੈ, ਲੋੜ ਅਨੁਸਾਰ ਚਾਹੀਦੀ ਵੀ ਹੈ, ਲੋੜ ਅਨੁਸਾਰ ਚਾਹੀਦੀ ਹੈ। ਬੇਸਬਰੀ ਨਹੀਂ ਚਾਹੀਦੀ, ਤੇ ਬੇਸਬਰੀ ਚਾਹੀਦੀ ਹੈ ਨਾਮ ਵਾਸਤੇ। ਬੇਸਬਰੀ ਦਾ ਮਤਲਬ ਹੈ ਜਿੰਨੀ ਕਾਹਲੀ ਹੋ ਜਾਵੇ ਕੰਮ ਉਹਨਾਂ ਚੰਗਾ, ਇਹ ਵੀ ਬੇਸਬਰੀ ਹੈ ਇਹਨੂੰ ਕਹਿੰਦੇ। ਨਹੀਂ ਤਾਂ ਕਹਿੰਦੇ ਆ ਜਿਹੜਾ ਆਉਂਦਾ ਬਹਿੰਦਾ ਵੀ ਪਹਿਲਾਂ ਮੈਨੂੰ ਕੰਮ ਹੋ ਜਾਵੇ, ਉਹ ਬੇਸਬਰ ਹੈ। ਜੇ ਟਿਕ ਕੇ ਬੈਠਾ ਰਿਹਾ ਉਹ ਕਹਿੰਦਾ ਸਬਰ ਨਾਲ ਬੈਠਾ ਰਿਹਾ। ਕਾਲਾ ਪੈਣਾ ਮਨ ਬੇਸਬਰੀ ਦੀ ਨਿਸ਼ਾਨੀ ਹੈ। ਜਿਹਦਾ ਜਿੰਨਾ ਮਨ ਕਾਲਾ ਉਹਨਾਂ ਬੇਸਬਰ ਹੈ। ਸਭ ਦੁਨੀਆ ਕਾਲੀ ਹੈ, ਬੇਸਬਰੀ ਹੈ। ਜਿੰਨਾ ਬੇਸਬਰਾ ਹੋ ਉਹਨਾਂ ਮਨ ਤੇਜ਼ ਭਜਦਾ ਉਹਦਾ, ਜਿੰਨਾ ਤੇਜ਼ ਭਜਦਾ ਉਹਨਾਂ ਹੀ ਉਹ ਡਿਪਰੈਸ਼ਨ 'ਚ ਹੈ, ਉਹਨਾਂ ਹੀ ਖਤਰੇ 'ਚ ਹੈ। ਜਿੰਨੀ ਸਪੀਡ ਹੋਊਗੀ ਕਿਸੇ ਚੀਜ਼ ਦੀ ਵਾਹਣ ਦੀ ਤੇਜ਼, ਉਹਨਾਂ ਹੀ ਉਹ ਖਤਰੇ 'ਚ ਹੈ। ਸਾਡਾ ਮਨ ਵੀ, ਹਾਰਟ ਵੀ ਇਹੀ ਗੱਲ ਹੈ। ਬਹੁਤ ਤੇਜ਼ੀ ਨਾਲ ਦੁਨੀਆ ਚੱਲ ਰਹੀ ਹੈ, ਇੱਕ ਤੇ ਤੇਜ਼ੀ ਵੱਧਦੀ ਹੋ ਜਾਂਦੀ ਹੈ, ਤੇ ਐਕਸੀਡੈਂਟ ਹੋਇਆ ਇੱਕੇ ਹੋਇਆ, ਹੋਇਆ ਇੱਕੇ ਹੋਇਆ, ਪਲ ਪਲ ਖਤਰਾ ਹੈ। ਕੋਈ ਪਤਾ ਹੀ ਨਹੀਂ ਕਿਸੇ ਨੂੰ ਕਿਹੜੇ ਵੇਲੇ ਕੀ ਹੋ ਜਾਣਾ। ਇਹ ਪੋਜੀਸ਼ਨ ਸੰਸਾਰ ਦੀ ਹੈ। ਕਾਰਨ ਸਿਮਰਨ ਛੁੱਟ ਗਿਆ, ਸਬਰ ਛੁੱਟ ਗਿਆ। ਸੁਖ ਭਾਲਦੇ ਨੇ ਤੇਜ਼ੀ 'ਚ, ਤੇਜ਼ੀ 'ਚ ਸੁਖ ਨਹੀਂ ਹੈ। ਆਪਣੇ ਯਤਨ ਨਾਲ ਭਾਲਦੇ ਨੇ ਸੁਖ, ਸੁਖ ਨਹੀਂ ਹੈ ਆਪਣੇ ਯਤਨ ਨਾਲ। ਜੇ ਯਤਨ ਨਾਲ ਸੁਖ ਹੁੰਦਾ ਤਾਂ ਹੁਣ ਨੂੰ ਲੋਕ ਸੁਖੀ ਹੋ ਨਾ ਜਾਂਦੇ। ਯਤਨ ਬਹੁਤ ਸੁਖ ਕੋ ਕਿਓ, ਦੁੱਖ ਕੋ ਕਿਓ ਨਾ ਕੋਏ। ਦੁੱਖ ਦਾ ਤਾਂ ਕੋਈ ਯਤਨ ਕੀਤਾ ਹੀ ਨਹੀਂ ਕਦੇ ਸੰਸਾਰ ਨੇ, ਸੁਖ ਦੇ ਹੀ ਕੀਤੇ ਨੇ। ਫਿਰ ਦੁੱਖ ਕਿੱਥੋਂ ਨੇ ਸੰਸਾਰ ਦੇ ਵਿੱਚ? ਇਹਨਾਂ ਨੂੰ ਦੁੱਖ ਸਾਗਰ ਹੈ। ਸੁਖ ਸਾਗਰ ਇਹਦਾ ਨਾਂ ਨਹੀਂ, ਇਹਦਾ ਨਾਂ ਦੁੱਖ ਸਾਗਰ ਹੈ। ਇਹਦਾ ਨਾਂ ਭੈ ਸਾਗਰ ਹੈ। ਜਿਸ ਭੈ ਸਾਗਰ ਹੈ ਤਾਂ ਵੀ ਦੁੱਖ ਸਾਗਰ ਹੈ। ਇਹ ਭੈ ਸਾਗਰ ਦੇ ਵਿੱਚ ਸੁਖ ਕਿਵੇਂ ਆ? ਇਹ ਗੱਲ ਸੁਖ ਮੁਨੀ, ਮਨ ਤੁਹਾਡਾ ਕਿਵੇਂ, ਮਨ ਨੂੰ ਸ਼ਾਂਤੀ ਕਿਵੇਂ ਆਊਗੀ, ਮਨ ਸੁਖੀ ਕਿਵੇਂ ਰਹੂਗਾ, ਪੀਸ ਆਫ ਮਾਈਂਡ ਕਿਵੇਂ ਮਿਲੂਗਾ, ਇਹ ਸਾਰੀ ਕਹਾਣੀ ਹੈ ਸੁਖਨੀ ਬਾਣੀ ਵਿੱਚ। ਸੁਖਮਨੀ ਬਾਣੀ ਦਾ ਨਾਂ ਰੱਖ ਦੇਣਾ ਬਹੁਤ ਵੱਡਾ ਇੱਕ
ਉਹ ਲੋਕਾਂ ਦੇ ਸ੍ਰੀ ਚੰਦ ਦੇ ਹਿਸਾਬ ਨਾਲ ਬਹੁਤ ਹੰਕਾਰ ਦਾ ਕੰਮ ਸੀ, ਬਹੁਤ ਹੰਕਾਰੀ ਹੈ ਉਹ ਗੁਰੂ, ਜਿਹੜਾ ਕਹਿੰਦਾ ਮੈਂ ਐਸੀ ਬਾਣੀ ਬਣਾਤੀ ਜਿਹੜਾ ਮਨ ਨੂੰ ਸੁੱਖ ਹੋ ਜਾਵੇ, ਉਹ ਇਹ ਪ੍ਰਚਾਰ ਕਰਦੇ ਸੀ। ਉਹ ਕਹਿੰਦੇ ਹੰਕਾਰੀ ਹੈ, ਹੰਕਾਰੀ ਕਰਕੇ ਦਾੜੀ ਵਧਾਉਣ ਦੀ ਉਹ ਜਿਹੜੀ ਗੱਲ ਕਹਿੰਦੇ ਨੇ। ਇੱਕ ਹੋਰ ਫੈਸਲਾ ਲਿਆ ਸੀ ਉਹ ਸੱਤੇ ਬਲਵੰਡ ਦੀ ਵਾਰ, ਸੱਤੇ ਬਲਵੰਡ ਨੂੰ ਕਿਹਾ ਸੱਚ ਬੋਲ, ਉਹ ਸੱਚ ਬੋਲਿਆ। ਸ੍ਰੀ ਚੰਦ ਉਹ 'ਚ ਦਾਗੀ ਸੀ, ਸ੍ਰੀ ਚੰਦ ਨੇ ਸਿਖਾਇਆ ਸੀ ਸੱਤੇ ਬਲਵੰਡ ਨੂੰ। ਜਦੋਂ ਉਹਨਾਂ ਨੇ ਉਹਦੀਆਂ ਪੰਕਤੀਆਂ ਸੱਤੇ ਬਲਵੰਡ ਦੀਆਂ ਉਚਾਰੀਆਂ ਹੋਈਆਂ, ਗੁਰੂ ਗ੍ਰੰਥ ਸਾਹਿਬ ਦਰਜ ਕਰਨ ਦੀ ਗੱਲ ਕੀਤੀ, ਤਾਂ ਵੀ ਉਹ ਤੜਫਿਆ। ਫਿਰ ਸ੍ਰੀ ਚੰਦ ਉਹ ਤਾਂ ਆਇਆ ਸੀਗਾ, ਆਹ ਗੱਲ ਸੀ। ਇਹ ਕਹਿੰਦੇ ਜੀ ਸੁਖਮਨੀ ਸਾਹਿਬ ਦੀ ਬਾਣੀ ਨੂੰ ਉਹ ਰੁਕ ਗਈ ਤੇ ਉਹ ਲੈਣ ਆਇਆ ਸੀ ਸੱਚਖੰਡੋਂ। ਸੁਖਮਨੀ ਸਾਹਿਬ ਦੀ ਬਾਣੀ ਨੂੰ ਕਹਿਣ ਆਇਆ ਸੀ ਉਹ ਵੀ ਕਿਵੇਂ ਹੋ ਜੂਗਾ ਇਹ ਸੁਖ ਮਾਨ ਸਕੇ ਦੇ ਨਾਲ। ਕਹਿੰਦੇ ਵੀ ਤੇਰਾ ਨਹੀਂ ਹੋਣਾ, ਜਿਹਨੂੰ ਭਰੋਸਾ ਹੈਗਾ ਉਹਦਾ ਹੋ ਜੂਗਾ, ਤੂੰ ਆਪਣੇ ਤਰੀਕੇ ਨਾਲ ਕਰ ਲੈ ਭਾਈ, ਜਿਹਨੂੰ ਹੋਊਗਾ ਤੈਨੂੰ ਦੱਸਾਂਗੇ। ਮੈਨੂੰ ਵੀ ਹੋ ਗਿਆ, ਉਹ ਤੋਂ ਬਾਅਦ ਪਹਿਲਾਂ ਅਮਰਦਾਸ ਨੂੰ ਵੀ ਹੋ ਗਿਆ ਸੀ, ਤੇ ਤੋਂ ਪਹਿਲਾਂ ਲੈਣੇ ਨੂੰ ਹੋ ਗਿਆ ਤਾਂ ਤੈਨੂੰ ਹੋਇਆ ਨਹੀਂ। ਇਹ ਉਹੀ ਬਾਣੀ ਹੈ, ਬਾਣੀ ਨਵੀਂ ਨਹੀਂ ਹੈ। ਉਹ ਬਾਣੀ ਤਾਂ ਵਿਚਾਰਧਾਰਾ ਤਾਂ ਉਹੀ ਹੈ। ਮੈਂ ਤਰੀਕਾ ਉਸ ਤਰੀਕੇ ਨਾਲ ਰਾਮ ਕਹਾਣੀ ਇਕੱਠੀ ਦੱਸਦੀ। ਉਹਨਾਂ ਨੇ 22 ਪਾਠ ਦੱਸੀ ਹੋਈ ਸੀ, ਉਹ ਪਾਠ ਤੁਹਾਨੂੰ ਇਕੱਠੇ ਕਰਨੇ ਪੈਣੇ ਸੀ। ਮੈਂ ਇੰਜਣ ਜੋੜ ਕੇ ਚਲਾ ਕੇ ਦਿਖਾਤਾ ਬਸ। ਉਹ ਤੁਹਾਨੂੰ ਕੋਈ ਪੁਰਜਾ ਕਿਸੇ ਨੇ ਬਣਾ ਕੇ ਕਿੱਟ ਦੇਤੀ ਸੀ ਕਿ ਇੰਜਣ ਦੀ, ਮੈਂ ਜੋੜ ਕੇ ਚਲਾਇਆ ਹੀ ਆ। ਆਲਰੇਡੀ ਪਿਆ ਸੀ ਮੇਰੇ ਕੋਲ ਸਾਰਾ ਕੁਛ, ਮੈਂ ਨਹੀਂ ਕੁਛ ਵੀ ਬਣਾਇਆ, ਮੈਂ ਤਾਂ ਜੋੜਿਆ ਸਾਰਾ। ਜੋੜ ਕੇ ਆਪੇ ਸੁੱਖ ਹੋ ਜਾ, ਇੰਜਣ ਚੱਲੂਗਾ। ਸੁੱਖ ਜ਼ਿਆਦਾ ਹੈ ਕਿ ਪੁਰਜਾ ਪਿਆ ਹੋ ਜ਼ਿਆਦਾ, ਚੱਲੂਗਾ ਆਪੇ ਸੁੱਖ, ਆਪੇ ਕੁਛ ਕਰਕੇ ਦਿੰਦਾ। ਇਸ ਕਰਕੇ ਸੰਸਾਰ ਦੁੱਖ ਸਾਗਰ ਹੈ, ਸੰਸਾਰ ਭੈ ਸਾਗਰ ਹੈ। ਇਹਦੇ ਵਿੱਚ ਸੁੱਖ ਲੱਭਦਾ ਆਦਮੀ ਪਹਿਲਾਂ, ਸੁੱਖ ਸਾਗਰ ਦੇ ਵਿੱਚ ਹੈ। ਵੈਸੇ ਤਾਂ ਸੁੱਖ ਇੱਥੇ ਨਹੀਂ ਸੁੱਖ ਹੈ, ਪਰ ਇਹ ਜਿਉਂਦੇ ਨੂੰ ਇਹ ਸੁੱਖ ਸਾਗਰ 'ਚ ਲੈ ਜਾਂਦੀ ਹੈ। ਉਹਨੂੰ ਕਹਿੰਦੇ ਨੇ ਜੀਵਨ ਮੁਕਤ ਅਵਸਥਾ। ਸਰੀਰ ਦੇ ਨਾਲ ਦੁੱਖ ਨੇ, ਮਾਇਆ ਦੇ ਨਾਲ ਅਗਨ ਸਾਗਰ। ਮਾਇਆ ਅਗਨ ਸਭ ਇੱਕੋ ਜਿਹੀ। ਜੇ ਮਾਇਆ ਨਾਲ ਜੁੜਿਆ ਹੈ, ਅੱਗ ਨਾਲ ਜੁੜਿਆ ਹੋਇਆ, ਅੱਗ ਨਾਲ ਜੁੜਿਆ ਹੈ ਤਾਂ ਸੁੱਖ ਕਿੱਥੇ ਹੈ? ਅੱਗ ਨਾਲ ਸੁੱਖ ਹੁੰਦਾ ਹੈ। ਅੱਗ ਤਾਂ ਜਾੜੂ ਹੈ, ਉਹ ਅੱਗ ਤ੍ਰਿਸ਼ਨਾ ਦੀ ਹੈ। ਦੂਜੀ ਅੱਗ ਨਹੀਂ, ਦੂਜੀ ਅੱਗ ਸਰੀਰ ਨੂੰ ਜਲਦੀ ਹੈ। ਤ੍ਰਿਸ਼ਨਾ ਸਰੀਰ ਦੀ ਹੈ। ਇਹ ਤ੍ਰਿਸ਼ਨਾ ਹੀ ਹੈ ਜਿਹੜੀ ਸਾਨੂੰ ਭਜਾਈ ਫਿਰਦੀ ਹੈ। ਤ੍ਰਿਸ਼ਨਾ ਹੀ ਜਿਵੇਂ ਹਵਾਈ ਜਹਾਜ਼ ਬਣਾਏ ਨੇ, ਬਿਜ਼ਨਸ ਕਰਨੀ ਆ। ਇਹ ਸਭ ਤ੍ਰਿਸ਼ਨਾ ਦੀਆਂ ਗੱਲਾਂ ਨੇ, ਤ੍ਰਿਸ਼ਨਾਲੂ ਲੋਕਾਂ ਦੀਆਂ ਗੱਲਾਂ ਨੇ। ਤ੍ਰਿਸ਼ਨਾ ਬਿਰਲੇ ਕੀ ਹੀ ਬੁਝੀ ਰੇ। ਤ੍ਰਿਸ਼ਨਾ ਨੂੰ ਦੂਰ ਕਰ ਦਿੰਦੀ ਹੈ। ਸਿਮਰੋ ਸਿਮਰ ਸਿਮਰ ਸੁਖ ਪਾਓ। ਉੱਪਰਲੀ ਗੱਲ ਸਿਮਰਨੀ ਹੈ, ਜਿੱਥੇ ਜਿਹੜੀ ਉੱਪਰ ਦੱਸੀ ਹੈ। ਆਦਿ ਗੁਰੇ ਨਵੇਂ ਜੁਗਾਦ ਗੁਰੇ ਨਵੇਂ, ਸਤਿਗੁਰੇ ਨਵੇਂ, ਸ੍ਰੀ ਗੁਰਦੇਵ ਨਵੇਂ। ਜੇ ਇਹਦਾ ਸਿਮਰਨ ਧਿਆਨ ਰਹੂਗਾ ਤਾਂ ਆਦਿ ਗੁਰੇ ਤੱਕ ਪਹੁੰਚ ਜਾਓਗੇ। ਪਿੱਛੇ ਅਤੀਤ ਆਦਿ ਗੁਰੇ ਨਾਲ ਜਾ ਮਿਲੋਗੇ, ਉੱਥੇ ਸ਼ਾਮਲ ਹੋ ਜਾਓਗੇ। ਜੁਗਾਦ ਗੁਰੇ ਤੇ ਵੀ ਪਿੱਛੇ, ਆਦਿ ਗੁਰੇ ਨਵੇਂ ਜੁਗਾਦ। ਇਹਦਾ ਸਿਮਰਨ ਕਰਨਾ, ਇਹਦਾ ਧਿਆਨ ਰੱਖਣਾ ਵੀ ਐ ਰਸਤਾ ਪਿੱਛੇ ਨੂੰ ਮੁੜਨਾ, ਬੈਕ ਜਾਣਾ। ਜਿਹੜੇ ਰਸਤੇ ਇੱਥੇ ਆਏ ਆ ਉਹੀ ਰਸਤਾ ਪਿੱਛੇ ਨੂੰ ਜਾਣ ਵਾਲਾ ਹੈ। ਦੁਆਪਰ ਦੀ ਅਵਸਥਾ ਜੇ ਕਲਯੁਗ ਚ ਹੋਊਗੀ, ਆ ਸਾਡਾ ਕਲਯੁਗ ਹੈ, ਅਸੀਂ ਕਲਪਨਾ ਕਰਦੇ ਹਾਂ। ਕਲਪਨਾ ਕਰਨਾ ਮਤਲਬ ਕਲਯੁਗ ਹੈ। ਜੇ ਕਲਪਨਾ ਬੰਦ ਹੋਊਗੀ, ਦੁਆਪਰ ਵਾਲਾ ਤਪ ਹੋ ਗਿਆ ਇਹਦਾ। ਗੁਰਬਾਣੀ ਮੰਨਣ ਲੱਗ ਗਏ, ਸਟ੍ਰਿਕਟਲੀ ਗੁਰਬਾਣੀ ਲਾਗੂ ਕਰਤੀ ਮਨ ਤੇ, ਤਾਂ ਮਨ ਦਾ ਤਪ ਸ਼ੁਰੂ ਹੋ ਜਾਣਾ। ਉਹ ਤਨ ਦਾ ਤਪ ਹੈ ਉਧਰ, ਕਈ ਯੁਗ ਨਹੀਂ ਤਨ, ਉਹ ਸਰੀਰ ਦਾ ਤਪ ਕਰਦੇ ਨੇ। ਉਹ ਵਰਮੀ ਮਾਰੀ ਸਾਂਪ ਨਹੀਂ ਮਾਰੀ। ਇੱਥੇ ਸੱਪ ਦਾ ਤਪ ਹੈ, ਉੱਥੇ ਵਰਮੀ ਦਾ ਤਪ ਹੈ, ਸਰੀਰ ਦਾ ਤਪ ਹੈ।
ਇੱਥੇ ਮਨ ਦਾ ਤਪ ਹੈ। ਬਹੁਤ ਔਖਾ ਮਨ ਨੂੰ, ਹਵਾਲਾਤ ਵਿੱਚ ਬੈਠਣਾ ਬਹੁਤ ਔਖਾ ਹੈ। ਪਰ ਸਾਧੂ ਲੋਕ ਗੁਫਾ 'ਚ ਬਹਿੰਦੇ ਨੇ ਜਿੱਥੇ ਕੋਈ ਆਦਮੀ ਦਿਖੇ ਹੀ ਨਾ। ਉਹ ਕਹਿੰਦੇ ਨੇ ਕੱਲਾ ਬੈਠਣਾ ਬਹੁਤ ਔਖਾ। ਉਹ ਆਦਮੀ ਬੈਠ ਸਕਦਾ ਹੈ ਕੱਲਾ ਜਿਹੜਾ ਆਪਣੇ ਆਪ ਨਾਲ ਜੁੜ ਕੇ ਬੈਠ ਸਕੇ, ਜਿਹੜਾ ਆਪਣੇ ਅਤੀਤ ਵੱਲ ਪਿੱਛੇ ਨੂੰ ਜਾ ਰਿਹਾ ਹੋਵੇ, ਪਿੱਛੇ ਦੀ ਵਿਚਾਰ ਚੱਲਦੀ ਰਹੇ। ਜਪ ਤਾਂ ਹੈ, ਜਪ ਦੇ ਨਾਲ ਜਪ ਤਪ ਇਕੱਠਾ ਹੀ ਹੈ। ਜਪ ਤਪ ਚੱਲੂਗਾ ਜੇ ਵਿੱਚ ਬੈਠ ਕੇ ਗੁਫਾ ਦੇ ਆ ਕਮਰੇ ਦੇ ਕੱਲਾ ਹੀ ਬਹਿ ਕੇ ਰਾਜੀ ਆ, ਉਹਦਾ ਜੀ ਲੱਗੂ। ਬਾਹਰ ਵਾਲੇ ਦਾ ਜੀ ਕਦੇ ਵੀ ਨਹੀਂ ਲੱਗਦਾ। ਕਹਿੰਦਾ 1 ਮਿੰਟ ਨਹੀਂ ਇੱਕ ਤੋਂ ਜੀ ਲੱਗਦਾ। ਜੇ ਜੀ ਲੱਗੇ ਤਾਂ ਅੱਖ ਉੱਥੇ ਰੁਕੇ ਨਾ ਉਹਦੀ। ਸਭ ਤੋਂ ਜ਼ਿਆਦਾ ਕੌਣ ਪਰੇਸ਼ਾਨ ਹੈ? ਉਹ ਆਦਮੀ ਵੀ ਕਊਆ ਜਾਂ ਫਿਰ ਉਹ ਤਪ ਵਾਲਾ ਬਗਲਾ। ਬਗਲੇ ਦੀ ਮਿਸਾਲ ਦਿੱਤੀ, ਦੇਖਣ ਨੂੰ ਤਪ ਵਾਲਾ ਬੈਠਾ ਹੈ ਪਰ ਮਨ 'ਚ ਕੁਛ ਹੋਰ ਚੱਲਦਾ ਉਹਦੇ। ਆ ਸਿਮਰਨ ਨਹੀਂ ਚੱਲਦਾ, ਉੱਥੇ ਕੁਛ ਹੋਰ ਚੱਲਦਾ। ਉੱਥੇ ਲੋਭ ਲਹਿਰ ਚੱਲਦੀ ਹੈ, ਲੋਭ ਚੱਲਦਾ। ਤਪਾ ਨਾ ਹੋਵੇ ਅੰਦਰੋਂ ਲੋਭੀ। ਉਹ ਜਿਹੜਾ ਤਪ ਹੈ ਉਹ ਪਖੰਡ ਹੈ। ਅਸਲ ਤਪ ਦੇ ਨਾਂ ਤੇ ਉਹ ਪਖੰਡ ਹੈ। ਉਹ ਤਪ ਖੰਡਣ ਹੈ। ਇਹ ਜਪ ਤਪ ਹੈ ਜਿਹੜਾ ਸਿਮਰਨਾ। ਇਹ ਸਿਮਰਨਾ ਜਪ ਤਪ ਇਕੱਠੇ ਨੂੰ ਸਿਮਰਨ ਕਹਿੰਦੇ ਨੇ। ਜਪ ਔਰ ਤਪ ਇਕੱਠਾ ਸਿਮਰਨਾ। ਜਾਂ ਜਪ ਤਪ ਇੱਕ ਹੋ ਜਾਂਦਾ ਫਿਰ ਸਿਮਰਨ ਬਣ ਜਾਂਦਾ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਜੇ ਸਿਮਰਨ ਚੱਲਦਾ ਰਹੂਗਾ ਸੁਖ ਬਣਿਆ ਰਹੂਗਾ। ਪਰ ਸਿਮਰਨ ਚੱਲਦਾ ਸੁਖ ਨਹੀਂ ਹੈ। ਜਿਨ੍ਹਾਂ ਦੇ ਸਿਮਰਨ ਚੱਲਦਾ ਸੁਖ ਨਹੀਂ ਹੈ, ਇਹ ਤਾਂ ਮਤਲਬ ਸਿਮਰਨ ਨਹੀਂ ਹੈ। ਉਹ ਸਿਮਰਨ ਨਹੀਂ ਹੈ। ਜਿਹਦੇ ਮਨ 'ਚ ਸ਼ਾਂਤੀ ਪੈਦਾ ਨਹੀਂ ਹੋਈ ਉਹ ਸਿਮਰਨ ਨਹੀਂ ਹੈ। ਜਿਹਨੂੰ ਆਤਮ ਰਸ ਸਿਮਰਨ 'ਚੋਂ ਨਹੀਂ ਆਉਂਦਾ ਸਿਮਰਨ ਨਹੀਂ ਹੈ। ਜਿਹਦਾ ਗਿਆਨ ਧਿਆਨ ਵਿੱਚੋਂ ਨਹੀਂ ਬਦਲਦਾ, ਜਪ ਤਪ ਇਕੱਠਾ ਹੋਣਾ ਗਿਆਨ ਧਿਆਨ 'ਚ ਬਦਲਣਾ ਹੀ ਹੈ। ਗਿਆਨ ਧਿਆਨ 'ਚ ਬਦਲਦਾ, ਜਪ ਤਪ ਇਕੱਠਾ ਹੋ ਜਾਂਦਾ। ਉਹ ਗਿਆਨ ਧਿਆਨ ਦੇ ਵਿੱਚ ਮਤਲਬ ਹੈ ਜਿਹੜਾ ਗਿਆਨ ਹੈ ਮਨ ਦਾ ਧਿਆਨ ਰੱਖਣਾ ਵੀ ਆ ਗੜਬੜ ਤਾਂ ਨਹੀਂ ਕਰਦਾ ਮਨ। ਕੀ ਸੋਚਦਾ, ਕਿਉਂ ਸੋਚਦਾ, ਗੁਰਬਾਣੀ ਤੇ ਗਲਤ। ਇਹ ਜਪ ਤਪ ਇਕੱਠਾ। ਜੋ ਜਪਿਆ ਉਹ ਲਾਗੂ ਹੈ ਨਾਲ ਦੀ, ਉਹੀ ਸਿਮਰਨਾ। ਜੇ ਜਪਿਆ ਭੁੱਲ ਗਿਆ ਸਿਮਰਨ ਨਹੀਂ ਕਹਾ ਹੁੰਦਾ। ਜੋ ਸਮਝਿਆ ਉਹਦਾ ਭੁੱਲ ਗਿਆ, ਕੰਮ ਕੋਈ ਹੋਰ ਕਰਦਾ, ਸਮਝਿਆ ਕੁਛ ਹੋਰ ਆ ਗੁਰਬਾਣੀ ਦਾ। ਉਹ ਤਪ 'ਚ ਨਹੀਂ ਬਦਲਿਆ ਜਪ। ਜੇ ਜਪ ਤਪ 'ਚ ਨਹੀਂ ਬਦਲਿਆ ਤਾਂ ਸਿਮਰਨ ਹੋਇਆ ਹੀ ਨਹੀਂ। ਜੇ ਸਿਮਰਨ ਨਹੀਂ ਹੋਇਆ ਜਪ ਤਪ 'ਚ ਬਦਲਿਆ ਨਹੀਂ, ਸੁਖ ਹੋਇਆ ਹੀ ਨਹੀਂ। ਜੇ ਜਪ ਤਪ 'ਚ ਬਦਲੂਗਾ ਮਨ ਦੇ ਉੱਤੇ ਲਾਗੂ ਹੋਊਗਾ ਜਪ। ਮਨ ਨੂੰ ਮਨਾਇਆ ਜਾਊਗਾ, ਮਨ ਹੌਲੀ ਹੌਲੀ ਮੰਨੂਗਾ। ਜਿੰਨਾ ਮੰਨੂਗਾ ਉਹਨਾਂ ਸੁਖ ਹੋਈ ਜਾਊਗਾ। ਸਿਮਰ ਸਿਮਰ ਸੁਖ। ਜਿਉਂ ਜਿਉਂ ਸਿਮਰੇ ਜਾਓਗੇ ਤਿਉਂ ਜਿਉਂ ਸਿਮਰਨ ਸ਼ਕਤੀ ਤੁਹਾਡੀ ਵੱਧਦੀ ਜਾਊਗੀ। ਜਿਉਂ ਜਿਉਂ ਮਾਇਆ ਨਾਲ ਟੁੱਟ ਕੇ ਆਪਣੇ ਆਪ ਨਾਲ ਜੁੜਦੇ ਰਹੋਗੇ, ਜਿਉਂ ਜਿਉਂ ਜੋ ਕਰਨਾ ਹੈ ਉਹ ਕੰਮ ਕਰਦੇ ਰਹੋਗੇ, ਕੰਮ ਮੁੱਕਦਾ ਰਹੂਗਾ ਤੁਹਾਡਾ ਤੇ ਜੀ ਲੱਗਦਾ ਵੀ ਰਹੂਗਾ। ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਦਾ ਕੰਮ ਨਿਬੜਦਾ। ਜਿਹੜੇ ਲੋਕ ਦੁਕਾਨ ਕਰਦੇ ਨੇ ਉਹਨਾਂ ਦੀ ਦੁਕਾਨ ਵਧੀਆ ਦੁਕਾਨ ਚੱਲਦੀ ਆ, ਉਹਨਾਂ ਦਾ ਬੜਾ ਜੀ ਲੱਗਦਾ ਦੁਕਾਨ ਤੇ। ਜੇ ਕੋਈ ਗਾਹਕ ਨਾ ਹੋਵੇ, ਆਮਦਨ ਨਾ ਹੋਵੇ, ਜੀ ਨਹੀਂ ਲੱਗਦਾ। ਜੇ ਸਾਨੂੰ ਕੋਈ ਸਿਮਰਨ 'ਚ ਮਿਲਦਾ ਬੜਾ ਜੀ ਲੱਗਦਾ। ਸਿਮਰਨ 'ਚ ਬੜਾ ਸੁੱਖ ਪੈਦਾ ਹੁੰਦਾ, ਅੰਦਰ ਬੜਾ ਸਕੂਨ ਆਉਂਦਾ। ਸੰਸਾਰੀ ਦ੍ਰਿਸ਼ਟੀਕੋਣ ਨਾਲ ਸੰਸਾਰੀ ਲਾਭ ਦਾ ਸਕੂਨ ਹੈ, ਉਹ ਟੈਂਪਰੇਰੀ ਸਕੂਨ ਹੈ। ਕਿਉਂਕਿ ਉਹ ਸੰਸਾਰੀ ਧਨ ਜੇ ਚਲਿਆ ਜਾਵੇ ਨਾ, ਜਬ ਕੁਛ ਪਾਵੇ ਤਾਂ ਗਰਭ ਕਰਤਾ ਹੈ। ਇੱਕ ਤਾਂ ਉਹ ਪਾਉਣ ਨਾਲ ਹੰਕਾਰ ਹੁੰਦਾ, ਇਹ ਤਾਂ ਨਾਲ ਹੰਕਾਰ ਘਟਦਾ, ਉਹਦੇ ਨਾਲ ਹੰਕਾਰ ਵੱਧਦਾ। ਮਾਇਆ ਗਈ ਤਾਂ ਰੋਵਣ ਲੱਗਦਾ। ਉੱਥੇ ਅਰ ਇੱਥੇ ਦਾ ਫਰਕ ਹੈ।
ਇਸ ਕਰਕੇ ਇਹਦੇ ਚ ਸਕੂਨ ਜਿਹੜਾ ਹੈਗਾ ਐਵੇਂ ਟੈਂਪਰੇਰੀ ਹੈ। ਛਿਨ ਭੰਗਰ ਸੁੱਖ ਹੈ, ਥੋੜੇ ਮਿੰਟਾਂ ਸਕਿੰਟਾਂ ਦਾ ਸੁੱਖ, ਔਰ ਭੰਗ ਹੋ ਜਾਂਦਾ ਥੋੜੀ ਚਿਰ ਦੇਰ ਬਾਅਦ। ਜਿਹੜਾ ਸੁੱਖ, ਜਿਹੜਾ ਸਕੂਨ ਭੰਗ ਹੋ ਜਵੇ ਉਹਨੂੰ ਛਿਨ ਭੰਗਰ ਕਹਿੰਦੇ ਨੇ ਇਹ ਸੰਤਾਂ ਦੀ ਬੋਲੀ ਚ। ਛਿਨ ਭੰਗਰ, ਛਿਣਾਂ ਦੇ ਵਿੱਚ ਭੰਗ ਹੋ ਜਾਂਦਾ। ਇੱਕ ਮਾਣੀ ਜੀ ਕੋ ਮੈਸੇਜ ਆ ਗਿਆ ਕਿਤੇ ਨੁਕਸਾਨ ਦਾ, ਕਿਤੇ ਸ਼ੇਅਰ ਬਾਜ਼ਾਰ ਚ ਪੈਸੇ ਲਾਏ ਤੇ ਗਿਰ ਗਿਆ, ਜਾਂ ਕੋਈ ਹੋਰ ਨੁਕਸਾਨ ਘਾਟਾ ਪੈ ਗਿਆ, ਜਾਂ ਗੱਡੀਆਂ ਆ ਰਹੀਆਂ ਦੀਆਂ 4 ਭਰੀਆਂ ਹੋਈਆਂ ਉਹ ਪਲਟ ਗਈਆਂ, ਨੁਕਸਾਨ ਹੋ ਗਿਆ। ਜਦ ਹੀ ਹੌਲ ਪੈ ਜਾਂਦਾ, ਜਦ ਹੀ ਭੰਗ ਹੋ ਜਾਂਦਾ ਸਕੂਨ ਸਾਰਾ। ਆਮਦਨ ਉਨੀ ਆ ਰਹੀ ਹੈ, ਦੁਕਾਨ ਉਨੀ ਚੱਲ ਰਹੀ ਹੈ, ਉਹ ਨਹੀਂ ਚੰਗੀ ਲੱਗਦੀ, ਉਧਰ ਚਲਾ ਗਿਆ ਧਿਆਨ। ਉਹ ਸੁੱਖ ਨਹੀਂ ਹੈ, ਸੁੱਖ ਨਹੀਂ ਬਹੁਤ ਹੈ, ਧਨ ਘੱਟ ਹੈ, ਇਸ ਕਰਕੇ ਉਹਨੂੰ ਸੁੱਖ ਨਹੀਂ ਮੰਨਿਆ ਹੋਇਆ। ਛਿਣ ਭੰਗਰ ਸੁੱਖ ਹੈ ਉਹ, ਇਹ ਨਹੀਂ ਭੰਗ ਹੋ ਸਕਦਾ ਸੁੱਖ, ਕਿਉਂਕਿ ਇਹ ਜਿਹੜਾ ਨਾਮ ਧਨ ਹੈ ਇਹ ਵੱਧਦਾ ਹੀ ਰਹਿੰਦਾ, ਘਟਦਾ ਹੈ ਹੀ ਨਹੀਂ। ਜੇ ਖਰਚੇ ਤਾਂ ਵੀ ਵੱਧਦਾ ਹੀ ਹੈ ਇਹ, ਜਿੰਨਾ ਜ਼ਿਆਦਾ ਖਰਚਾ ਕਰੇ ਉਨਾ ਹੀ ਵੱਧਦਾ। ਇਹ ਗੱਲ ਮੰਨਣ ਚ ਨਹੀਂ ਸੀ ਆਉਂਦੀ ਪਹਿਲਾਂ ਵੀ, ਇਹ ਕੀ ਗੱਲ ਹੋਈ, ਕਿਹੜੀ ਗੱਲ ਹੈ ਜਿਹੜੀ ਖਰਚੇ ਤੇ ਵੱਧਦੀ ਆ। ਫਿਰ ਪਤਾ ਲੱਗਾ ਉਹ ਜਿਹੜਾ ਗਿਆਨ ਹੈ, ਜੇ ਨਾਮ ਨੂੰ ਗਿਆਨ ਮੰਨੀਏ ਤਾਂ ਗੱਲ ਪੂਰੀ ਹੁੰਦੀ ਹੈ। ਗਿਆਨ ਜਿੰਨਾ ਖਰਚਿਆ ਜਾਵੇ ਉਨਾ ਹੀ ਵੱਧਦਾ, ਹੋਰ ਕੋਈ ਚੀਜ਼ ਨਹੀਂ ਜਿਹੜੀ ਖਰਚੇ ਤੇ ਵਧੇ। ਫਿਰ ਉਹ ਗਿਆਨ ਵਾਲੇ ਜਿਹੜੇ ਅਰਥ ਸੀ ਫਿੱਟ ਆ ਗਏ ਵੀ ਇਹੀ ਅਰਥ ਠੀਕ ਨੇ। ਗਿਆਨ ਕੈਸੀ ਚੀਜ਼ ਹੈ ਜਿੰਨਾ ਖਰਚਾ ਵੱਧਦਾ, ਜਿੰਨਾ ਦੂਏ ਨੂੰ ਦੋ ਤੁਹਾਡੇ ਕੋਲ ਵੱਧਦਾ ਹੀ ਹੈ, ਚਾਹੇ ਗਿਆਨ ਸੰਸਾਰੀ ਵੀ ਹੋਵੇ, ਗਿਆਨ ਚਾਹੇ ਸੰਸਾਰੀ ਵੀ ਹੋਵੇ, ਕੋਈ ਹੋਵੇ। ਇਸ ਕਰਕੇ ਨਾਮ ਵੀ ਜਿੰਨਾ ਖਰਚਿਆ ਜਾਵੇ ਉਹਨਾਂ ਵੱਧਦਾ, ਜਿੰਨਾ ਵੰਡਿਆ ਜਾਵੇ ਉਹਨਾਂ ਵੱਧਦਾ, ਜਿੰਨਾ ਦਿੱਤਾ ਜਾਂ ਲੁਟਾਇਆ ਜਾਵੇ ਉਹਨਾਂ ਹੀ ਵੱਧਦਾ। ਇਸ ਕਰਕੇ ਵੀ ਇੱਥੇ ਚਿੰਤਾ ਨਹੀਂ ਆ ਸਕਦੀ। ਦੂਆ ਮੁੱਕ ਜਾਂਦਾ ਹੈ, ਮੁੱਕਦਾ ਵੀ ਨਹੀਂ ਹੈ। ਦੂਆ ਲੁੱਟਿਆ ਜਾ ਸਕਦਾ, ਲੁੱਟਿਆ ਵੀ ਨਹੀਂ ਜਾ ਸਕਦਾ। ਉਹਨੂੰ ਤਸਕਰ ਚੋਰ ਲੈ ਜਾ ਸਕਦੇ, ਉਹਨੂੰ ਚੋਰ ਲੈਂਦੇ ਹੀ ਨਹੀਂ। ਚੋਰ ਨਹੀਂ ਲੈਂਦੇ, ਹਰਾਮਖੋਰ ਚੋਰ ਹੈ ਜਿਹੜੇ ਨਾਮ ਨਹੀਂ ਲੈਂਦੇ ਹੁੰਦੇ, ਤਾਂ ਲੈਂਦੇ ਨਹੀਂ। ਉਹਨਾਂ ਦੇ ਜੇ ਲਾਲਚ ਦਈਏ ਤਾਂ ਵੀ ਨਹੀਂ ਲੈਂਦੇ, ਵੀ ਨਾਲ ਕੁਛ ਹੋਰ ਵੀ ਲੈ ਜਾਓ, ਕੜਾ ਪ੍ਰਸ਼ਾਦ ਵੀ ਲੈ ਜਾਓ, ਲੈ ਲਓ। ਉਹ ਤਾਂ ਗੁਰਦੁਆਰੇ ਨਹੀਂ ਆਉਂਦੇ, ਕਿਤੇ ਕੰਨ 'ਚ ਨਾ ਪੈ ਜਾਏ, ਉਹ ਲੈਂਦੇ। ਸੋ ਤਸਕਰ ਜੋ ਨਾਮ ਨਾ ਲੈਵਾ। ਇਸ ਕਰਕੇ ਇਸ ਤੁਹਾਨੂੰ ਕੋਈ ਖਤਰਾ ਹੀ ਨਹੀਂ। ਜਿਹੜੇ ਤੁਹਾਨੂੰ ਖਤਰਾ ਹੈ ਉਹ ਇਕੱਠਾ ਕਰੇ ਤੇ ਚਿੰਤਾ ਵੱਧਦੀ ਹੈ ਸਮਾਂ। ਇਹ ਧਨ ਨਾਲ ਚਿੰਤਾ ਵੱਧਦੀ ਨਹੀਂ, ਇਕੱਠਾ ਕਰੇ ਤੇ। ਤਾਂ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੇ। ਜਿੰਨਾ ਮਰਜ਼ੀ ਵਧਾ ਲਓ ਇਹਨੂੰ, ਚਿੰਤਾ ਨਹੀਂ ਵੱਧ ਸਕਦੀ, ਚਿੰਤਾ ਘਟੂਗੀ। ਸਗੋਂ ਜਿੰਨਾ ਵਧੂਗਾ ਉਨੀ ਚਿੰਤਾ ਘਟੂਗੀ। ਚਿੰਤਾ ਦੇ ਸਿਰ ਤੇ ਪੰਡ ਜਦ ਬੰਨ ਕੇ ਰੱਖੀ ਜਾਊਗੀ, ਮਨ ਹੈ, ਮਨ ਚਿੰਤਾ ਕਰਦਾ, ਜਿੰਨਾ ਮਨ ਦੇ ਉੱਤੇ ਦਾ ਬੋਝ ਲੱਦਿਆ ਜਾਊਗਾ ਉਹਨਾਂ ਹੀ ਮਨ ਕਾਬੂ ਰਹੂਗਾ। ਖਰਕਾ ਪੈਖੜ ਤਾਂ ਛੁੱਟੇ ਜਾ ਉੱਪਰ ਲਾਦਾ। ਜਾਂ ਪੂਰਾ ਲੱਦਿਆ ਜਾਊ, ਚਾਹੇ ਪੈਖੜ ਵੀ ਖੋਲ ਦੋ ਮਨ ਦਾ, ਮਿਲਾ ਭੱਜ ਲੈ, ਹੁਣ ਤੂੰ ਕਿੱਥੇ ਭੱਜਦਾ, ਭੱਜਣਾ ਉਹਨੇ ਸਵਾਏ। ਉਹਦੇ ਤਾਂ ਗਿੱਟੇ ਕੰਬਣ ਲੱਗ ਜਾਂਦੇ ਨੇ ਬੋਝ ਨਾਲ, ਤੁਰ ਹੁੰਦਾ ਨਹੀਂ, ਡਿੰਗ ਪੱਟਣੀ ਹੁੰਦੀ। ਜੇ ਤੁਰਨ ਲੱਗਿਆ ਹੋਰ ਲਾ ਦੋ ਇੱਕ ਬੋਰੀ, ਲਾਵੇ ਹੁਣ ਦੱਸ। ਜੇ ਕੋਸ਼ਿਸ਼ ਕਰਦਾ ਮਾੜਾ ਮੋਟਾ ਹਿੱਲਣ ਦੀ, ਇੱਕ ਬੋਰੀ ਹੋਰ ਦੱਸ ਦੋ, ਚੱਲ। ਕਹਿੰਦੇ ਖਰਕਾ ਪੈਖੜ ਤਾਂ ਛੁੱਟੇ ਜਾਂ ਉੱਪਰ ਲਾਦਾ। ਹੁਣ ਖਰ ਕਿਹਨੂੰ ਕਿਹਾ ਹੋਇਆ? ਖਰ ਕੌਣ? ਖਰ ਉਹ ਹੈ ਨਾਨਕ ਤੇ ਨਰ ਅਸਲ ਖਰ, ਜੋ ਬਿਨ ਗੁਣ ਗਰਭ ਕਰੰਤ। ਜਿਹੜੇ ਸਾਖਤ ਨੇ ਨਾ, ਬਿਨ ਗੁਣ ਤੇ ਗਰਭਾ ਮਿਸ਼ਨਰੀ ਜਿਵੇਂ ਹੋਏ ਹੋਏ ਤੇ ਬੜੇ, ਉਹ ਚੱਲ ਸੰਤ ਤਾਂ ਜੇ ਨਹੀਂ ਸੀ ਬੋਲਦੇ ਤਾਂ ਨਹੀਂ ਹੈਗੇ, ਇਹ ਹੋਰ ਤਰ੍ਹਾਂ ਦੇ ਬੰਦੇ ਨੇ ਸੰਤ, ਇਹਨਾਂ 'ਚ ਹੋਰ ਤਰ੍ਹਾਂ ਦੇ ਗੁਣ ਹੁੰਦੇ ਨੇ। ਇਹ ਵਿਦਵਾਨ ਜਿਹੜੇ ਹੁੰਦੇ ਨਾ, ਮੂਰਖ ਪੰਡਤ, ਇਹ ਵੜ ਵੜ ਕਰਦੇ ਹੁੰਦੇ ਨੇ। ਇਹ ਛਿੱਤਰ ਪਰੇਡ ਜਾਂ ਚੰਗੀ ਹੁੰਦੀ ਹੈ ਵਿੱਚ ਚੁੱਪ ਕਰ ਜਾਂਦੇ ਨੇ, ਜਾਂ ਨਾਮ ਦੀ ਪਰੇਡ ਹੁੰਦੀ ਹੈ ਨਾ ਛਿੱਤਰ,
ਫਿਰ ਆਪੇ ਚੁੱਪ ਕਰ, ਗੱਲਾਂ ਨਹੀਂ ਆਉਂਦੀਆਂ ਇਹਨਾਂ ਕੋਲ, ਹੁੰਦਾ ਹੀ ਕੱਖ ਨਹੀਂ। ਇਹਨਾਂ ਨੂੰ ਕੀ ਹੁੰਦਾ, ਧਾਰਮਿਕ ਤਾਂ ਹੁੰਦਾ ਹੀ ਨਹੀਂ ਹੈ, ਤਾਂ ਫਰੋਡੀ ਹੁੰਦੇ ਨੇ ਸਾਰੇ, ਉਲਟੇ ਰਾਹ ਪਾਉਣ ਵਾਲੇ ਪੰਡਤ, ਬਾਟ ਪਾਉਣ ਵਾਲੇ। ਇਹ ਤਾਂ ਮਾਤਾ ਗੁਜਰੀ ਨੂੰ ਗੁਜਰ ਕੌਰ ਕਹਿਣ ਵਾਲੇ ਹੀ ਨੇ, ਹੋਰ ਕੁਝ ਨਹੀਂ ਹੈ ਨਾ। ਉਹ ਵੀ ਅਸੀਂ ਨਵਾਂ ਧਰਮ ਚਲਾ ਦਾਂਗੇ, ਨਵਾਂ ਸਭ ਕੁਝ ਬਦਲ ਦਾਂਗੇ, ਦੁਨੀਆ ਨੂੰ ਉਲਟੇ ਰਾਹ ਪਾ ਦਾਂਗੇ, ਸਭ ਇਤਿਹਾਸ ਬਦਲ ਦਾਂਗੇ। ਤੁਸੀਂ ਆਪਣੇ ਆਪ ਨੂੰ ਬਦਲ ਲਓ, ਆਪਣੇ ਆਪ ਨੂੰ ਬਦਲਣਾ ਤਾਂ ਬਦਲਣ ਕੁਛ ਹੋਰੇ ਲੱਗੇ। ਧਰਮ ਨੂੰ ਬਦਲ ਕੇ ਮਤਲਬ ਹੈ ਸੱਚ ਧਰਮ ਨੂੰ ਬਦਲ ਕੇ ਕੂੜ ਧਰਮ ਬਣਾਉਣ ਲੱਗੇ, ਆਹ ਬਦਲਣ ਲੱਗੇ। ਆਪਣਾ ਆਪ ਨਹੀਂ ਬਦਲਿਆ, ਆਪਣਾ ਝੂਠਾ ਮਨ ਨਹੀਂ ਬਦਲਿਆ। ਜਿਹੜਾ ਮਨ ਝੂਠਾ ਸੀ ਉਹਨੂੰ ਨਹੀਂ ਸਚਿਆਰਾ ਬਣਾਇਆ, ਕੂੜ ਪ੍ਰਚਾਰ ਨੂੰ ਮਜ਼ਬੂਤ ਕਰਨ ਲੱਗੇ। ਸੋ ਪਤਾ ਨਹੀਂ ਕੀ ਉਹਨਾਂ ਨੂੰ ਉਹ ਚ ਮਿਲਣਾ ਸੀ। ਮਿਲਣਾ ਤਾਂ ਉਹੀ ਸੀ ਜਿਹੜਾ ਮਿਲ ਗਿਆ, ਆਹੀ ਮਿਲਣਾ ਸੀ, ਬਦਨਾਮੀ, ਨਰਕ। ਜੋ ਮਿਲਣਾ ਸੀ ਆਹੀ ਮਿਲਣਾ, ਅਪਜਸ, ਅਪਜਸ ਮਿਲਣਾ ਸੀ, ਮਿਲ ਗਿਆ। ਹੋਰ ਕੀ ਮਿਲਦਾ ਹੁੰਦਾ ਇਹ ਚੋਂ? ਪਿੱਛੇ ਕੀ ਮਿਲਿਆ? ਪਿੱਛੇ ਵਾਲਿਆਂ ਨੂੰ ਕੀ ਮਿਲਿਆ? ਉਹੀ ਇਹਨਾਂ ਨੂੰ ਮਿਲਣਾ ਸੀ। ਪਰ ਇੰਨੀ ਤਾਂ ਅਕਲ ਨਹੀਂ ਇਹਨਾਂ ਨੂੰ, ਉਹਨਾਂ ਗੱਲਾਂ ਦਾ ਵਿਸ਼ਵਾਸ ਵੀ ਨਹੀਂ ਕਰਦੇ। ਉਹ ਜੀ ਹਿੰਦੂ ਮਤ ਦੀਆਂ ਗੱਲਾਂ ਝੂਠੀਆਂ ਨੇ। ਇੱਕ ਤੁਹਾਡੇ ਤੇ ਆਉਂਦਾ ਨਾ ਉਹਦਾ, ਤੁਹਾਡੇ ਵੱਲ ਨੂੰ ਉਂਗਲੀ ਉੱਠਦੀ ਹੈ ਨਾ ਉਹਦੀ। ਹਾਂਜੀ, ਸਿਮਰੋ 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 ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਕਲ ਕਲੇਸ਼ ਇਹ ਹੈ, ਆਪਣੇ ਅੰਦਰ ਹੀ ਕਲੇਸ਼ ਪਿਆ ਹੋਇਆ, ਚੇਤਰ ਮਨ ਦਾ। ਚਿੱਤ ਕਹਿੰਦਾ ਗੱਲ ਮਾੜੀ ਹੈ, ਮਨ ਕਹਿੰਦਾ ਇਹਦੇ ਬਿਨਾਂ ਸਰਦਾ ਨਹੀਂ। ਉਹ ਕਹਿੰਦਾ ਵੀ ਲੋਭ ਮਾੜਾ, ਉਹ ਕਹਿੰਦਾ ਲੋਭ ਬਿਨਾਂ ਨਿਆਣੇ ਨਹੀਂ ਪੜ੍ਹਦੇ, ਸਰਦਾ ਨਹੀਂ, ਕੋਠੀ ਨਹੀਂ ਬਣਨੀ। ਉਹ ਕਹਿੰਦਾ ਤੁਹਾਨੂੰ ਧੰਦਾ ਨਾ ਬਣਾ ਮਾੜਾ, ਉਹ ਕਹਿੰਦਾ ਦੁਨੀਆ ਨੇ ਬਣਾਇਆ। ਹੁਣ ਸਾਡੀ ਦੁਨੀਆ ਕਰਦੀ ਹੈ, ਦੁਨੀਆ ਦੇ ਨਾਲ ਰਹਿਣਾ ਚੰਗਾ ਹੁੰਦਾ। ਕਹਿੰਦਾ ਲੂਟ ਪੜੀ ਤਾਂ ਲੂਟੇ ਨਾ, ਲੂਟ ਪੜੀ ਇਸੇ ਲੂਟੇ ਨਾ, ਉਹ ਵੀ ਨਾ ਮਾਕੂਲ। ਨਾ ਮਾਕੂਲ ਗੱਲ ਹੈ, ਮਾਕੂਲ ਨਹੀਂ ਹੈ। ਮਾਕੂਲ ਉਹ ਜਿਹੜਾ ਸੰਸਾਰ ਦੇ ਨਾਲ ਚੱਲੇ। ਭਾਗ ਪੜੀ ਤੇ ਭਾਗੇ ਨਾ, ਉਹ ਵੀ ਨਾ ਮਾਕੂਲ। ਕਹਿੰਦਾ ਜਾਂ ਦੂਏ ਭੱਜਣ ਨਾਲ ਦੇ ਜਾਂ ਭੱਜ ਵੀ ਲਈਦਾ ਹੁੰਦਾ। ਇਹ ਹੈ ਗੱਲ ਇਹਨਾਂ ਦੀ ਸਾਖਤਾਂ ਦੀ। ਜਾਂ ਲੁੱਟ ਮੱਜੀ ਧਰਮ ਦੇ ਨਾਂ ਤੇ ਲੁੱਟਣ ਲੱਗੇ। ਜਾਂ ਹੁਣ ਭੱਜਣ ਦਾ ਵੇਲਾ ਆਇਆ, ਡਾਂਗ ਬਰੇੜੇ ਵੀ ਭੱਜ ਗਏ। ਭਾਗ ਬੜੀ ਤੇ ਭਾਗੇ ਨਾ, ਉਹ ਵੀ ਨਾ ਮਾਕੂਲ, ਸਾਰੇ ਹੀ ਭੱਜ ਲਏ। ਇਹ ਤਾਂ ਰੋਜ਼ ਨਵੇਂ ਬਣਦੇ ਸੀ ਜਥੇਬੰਦੀਆਂ, ਪ੍ਰਚਾਰ, ਕੋਈ ਕਾਸੇ ਦੀਆਂ, ਕੋਈ ਸੰਤ, ਕੋਈ ਕੁਛ। ਹੁਣ ਭੱਜਣ ਜਾਂ ਸਾਰੇ ਭੱਜਦੇ ਨੇ, ਕਹਿੰਦੇ ਫਿਰ ਭੱਜ ਵੀ ਲਈਦਾ ਹੁੰਦਾ। ਇਹ ਇਹਨਾਂ ਦੀ ਹੈ ਥਿਊਰੀ, ਗੁਰਮਤ ਵਾਲਿਆਂ ਦੀ ਨਹੀਂ ਇਹ ਗੱਲ ਹੁੰਦੀ। ਇਹ ਸਾਖਤਾਂ ਦੀ ਗੱਲ ਹੈ, ਸੰਤਾਂ ਦੀ ਗੱਲ ਨਹੀਂ ਹੈ, ਗੁਰਮੁਖਾਂ ਦੀ ਗੱਲ ਨਹੀਂ, ਮਨਮੁਖਾਂ ਦੀ ਗੱਲ ਹੈ। ਸਿਮਰੋ ਸਿਮਰ ਸਿਮਰ, ਇਹ ਤਾਂ ਗੁਰਮੁਖਾਂ ਨੂੰ ਕਿਹਾ, ਸਿਮਰੋ ਸਿਮਰ ਸਿਮਰ, ਗੁਰਸਿੱਖਾਂ ਨੂੰ। ਸਿਮਰ ਸਿਮਰ ਸੁਖ ਪਾਵੋ, ਤੁਸੀਂ ਸੁਖ ਪਾਓ, ਦਫਾ ਹੋਣੇ, ਆਪਾਂ ਨੇ ਉਹਨਾਂ ਤੇ ਕੀ ਲੈਣਾ। ਕਲ ਕਲੇਸ਼ ਤਨ ਮਾਹੇ ਮਟਾਓ, ਆਪਣੇ ਅੰਦਰੋਂ ਜਿਹੜੀ ਤੁਹਾਡੀ ਕਲਪਨਾ ਨੇ ਕਲੇਸ਼ ਪਾਇਆ ਹੋਇਆ ਨਾ, ਇਹਨੂੰ ਮਟਾ ਲਓ। ਮਨ ਜਾਣ ਤੋਂ ਸਭ ਬਾਤ ਜਾਣ ਦੀ ਔਗਣ ਕਰਾ ਹੈ। ਮਨ ਸਭ ਕੁਝ ਜਾਣਦਾ, ਜਾਂ ਔਗਣ ਕਰਦਾ ਕਲੇਸ਼ ਪੈਂਦਾ ਹੈ, ਅੰਦਰ ਕਲੇਸ਼ ਪੈਂਦਾ ਹੈ। ਬੁੱਧੀ ਮਨ ਦਾ ਸਾਥ ਦੇ ਦਿੰਦੀ ਹੈ ਵੀ ਇੰਨਾ ਕਰ ਲਈਏ, ਤੇ ਅੰਦਰੋਂ ਚਿੱਤ ਬੇਹਾਲ ਹੁੰਦਾ। ਉਹ ਰਾਮ ਝੂਰਦਾ, ਮਨ ਮੈਂ ਝੂਰਿਆ ਰਾਮਚੰਦ। ਉਹ ਰਾਮਚੰਦ ਝੂਰਦਾ ਵੀ ਇਹ ਦਫਾ ਹੋਣੇ, ਦੋਹਾਂ ਨੇ ਸਲਾਹ ਕਰ ਲਈ, ਮੇਰੀ ਗੱਲ ਨਹੀਂ ਸੁਣਦੇ। ਮਨ ਮੈਂ ਝੂਰੇ ਰਾਮਚੰਦ, ਸੀਤਾ ਲక్ష్మణ ਜੋਗ। ਓਏ ਲక్ష్మణ ਛੋਟੇ ਨੇ ਜਿਹੜਾ ਹੈਗਾ ਨਾ ਮਨ, ਅਰ ਸੀਤਾ ਬੁੱਧੀ, ਇਹਨਾਂ ਨੇ ਦੋਹਾਂ ਨੇ ਇੱਕ ਕਰ ਲਿਆ, ਜੋਗ ਹੋ ਗਿਆ ਇਹਨਾਂ ਦਾ। ਇਹਨਾਂ ਦੀ ਸਲਾਹ ਮਿਲ ਗਈ, ਸਲਾਹ ਮਿਲ ਜਾਣਾ ਯੋਗ ਹੈ। ਯੋਗ ਕੀ ਹੈ? ਵਿਚਾਰਧਾਰਾ ਮਿਲ ਜਾਣੀ, ਦੋਹਾਂ ਦੀ ਰਾਏ ਇੱਕ ਹੋ ਗਈ। ਇਹਨਾਂ ਦੀ ਰਾਏ ਮੇਰੀ ਨਹੀਂ ਮੰਨਦੇ ਹੈ। ਹਨੂਮੰਤ ਆਰਾਧਿਆ ਆਇਆ ਕਰ ਸੰਜੋਗ, ਫਿਰ ਆਰਾਧਨਾ ਕੀਤੀ। ਹਨੂਮੰਤ ਕੀ ਹੈ? ਨਾਮ, ਮੰਤਰ ਹੈ ਉਹ। ਮੰਤਰ ਹਨੂਮੰਤਰ ਲਫ਼ਜ਼ ਹੈ, ਹਨੂਮਾਨ ਨਹੀਂ ਹੈ, ਹਨੂਮੰਤਰ। ਹਨੂਮੰਤਰ ਮਨ ਨੂੰ ਮਾਰਨ ਵਾਲਾ ਮੰਤਰ ਹੈ।
ਮਨ ਦਾ ਸੁਭਾਅ ਬਦਲਣ ਵਾਲਾ ਮੰਤਰ ਹੈ। ਮਨ ਮਾਰਨਾ ਮਤਲਬ ਮਨ ਦਾ ਸੁਭਾਅ ਬਦਲਣਾ, ਹੋਰ ਕੁਛ ਨਹੀਂ। ਜਿਵੇਂ ਸੰਖਿਆ ਮਾਰਿਆ, ਸੰਖੇ ਦਾ ਸੁਭਾਅ ਬਦਲਿਆ। ਸੰਖਿਆ ਜ਼ਹਿਰ ਨਹੀਂ ਰਿਹਾ, ਹੁਣ ਦਵਾਈ ਬਣ ਗਿਆ। ਨਸ਼ਾ ਜ਼ਰੂਰ ਹੈ ਪਰ ਦਵਾਈ ਹੈ। ਹਨੂਮੰਤਰ ਆਰਾਧਿਆ ਆਇਆ ਕਰ ਸੰਜੋਗ। ਜਦ ਆਇਆ ਫੇਰ ਸੰਜੋਗ ਹੋਇਆ ਸਾਰੇ, ਫਿਰ ਏਕਤਾ ਹੋਈ ਘਰ ਚ। ਫੇਰ ਸਾਰਿਆਂ ਨਾਲ ਏਕਤਾ ਹੋਈ। ਜਦ ਆਪਣੇ ਘਰ ਏਕਤਾ ਹੋ ਜਾਣਾ ਤਾਂ ਬਾਹਰ ਵੀ ਏਕਤਾ ਹੋ ਜਾਂਦੀ ਹੈ। फिर सबको मीत हम आपन कीनो, हम सब हूं के साजन। इतों कहानी शुरू होती है, इतों कहानी शुरू हो जाती है। फिर आराधना की आया कर संजोग। इत्थे तक दा सफर है। आद गुरे जुगाद गुरे सतगुरे और श्री गुरुदेव। एक ही है, एक दे रूप ने चार, एक दे ही रूप ने। इत्थों उत्थे तक जाना है, उथों इत्थे तक आ गया। इत्थे है श्री गुरुदेव, इत्थे आ गया। उथों पौड़ी उतरदा उतरदा आद गुरे ते जुगाद गुरे बन गया, जुगाद गुरे ते सतगुरे तक आ गया। बल्कि सतगुरे तक नहीं, ये तो वापसी ते गया सतगुरे तक, जुगाद गुरे तक गया। तो जुगाद तक वो आया, एक पौड़ी थले उतर के हुण एदी बांह फड़ूगा। वो बांह फड़ के कड्डूगा कादे नाल? शब्द नाल। शब्द नाल फड़ूगा, ਉਹਨੂੰ ਲੈ ਕੇ ਜਾਊ, ਬਾਣੀ ਨਾਲ ਲੈ ਕੇ ਜਾਊ। ਤੁਰਕੀ ਬਾਣੀ ਆਈ ਆਈ ਹੈ, ਡੋਰੀ ਬਣ ਕੇ ਆਏ। ਗੁਰਮੁਖ ਗਿਆਨ ਡੋਰੀ ਪਰ ਪਕੜੀ। ਹੁਕਮ ਹੱਥ ਹੈ ਉਹਦਾ, ਉਹਨੇ ਹੱਥ ਵਧਾਇਆ ਆਪਣਾ। ਕਾਲ ਕਲਮ ਹੁਕਮ ਹਾਥ, ਕਹੋ ਕੌਣ ਮੇਟ ਸਕਾ। ਉੱਥੋਂ ਹੀ ਬੈਠੇ ਨੇ ਆਪਣਾ ਹੱਥ ਵਧਾ ਲਿਆ। ਕਿੱਥੇ? ਭਵ ਸਾਗਰ ਚ ਹੱਥ ਪਾ ਕੇ ਕੱਢ ਰਿਹਾ ਸਾਰਿਆਂ ਨੂੰ। ਹੁਕਮ ਹੱਥੇ ਆ ਉਹਦਾ। ਦੋ ਰੂਪ ਨੇ ਹੁਕਮ ਦੇ, ਕਾਲ ਕਲਮ ਵੀ ਹੈ ਹੁਕਮ, ਮਾਰ ਵੀ ਦਿੰਦਾ ਕੱਢ ਵੀ ਲੈਂਦਾ। ਕਾਲ ਕਲਮ, ਜੇ ਕਲਮ ਰੂਪ ਹੈ ਫਿਰ ਕਾਲ ਹੈ। ਕਲਮ ਰੂਪ ਵੀ ਹੈ ਖਾਲਸਾ। ਨਿਹੰਗ ਦਾ ਮਤਲਬ ਕਲਮ ਵੀ ਹੈ। ਹੁਕਮ ਹੱਥ, ਜੇ ਹੱਥ ਹੈ ਫਿਰ ਉਹਨੂੰ ਡੋਰੀ ਦੇ ਦੇਣੀ ਆਪਣੀ। ਆਪਣੀ ਸੁਰਤ ਉਹਦੇ ਹਵਾਲੇ ਕਰ ਦੇਣੀ ਹੈ। ਸੁਰਤ ਸ਼ਬਦ ਨਾਲ ਜੋੜ ਦੇਣੀ ਹੈ। ਪ੍ਰਭ ਡੋਰੀ ਹੱਥ ਮਾਰੇ, ਫਿਰ ਉਹਨੂੰ ਕਹਿਣਾ ਹੈ ਪ੍ਰਭ ਆ ਜਿਹੜੀ ਮੇਰੀ ਸੁਰਤ ਰੂਪੀ ਡੋਰੀ ਹੈ ਤੇਰੇ ਹੱਥ 'ਚ ਹੈ। ਗੁਰਮੁਖੀ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੈ ਤਨ ਜਾਈਆ। ਜਦ ਪ੍ਰਭ ਨੇ ਫੜ ਲਈ ਫਿਰ ਜਿਵੇਂ ਖਿੱਚਦਾ ਜਾਈ ਜਾਂਦਾ ਹੈ, ਉੱਤੇ ਨੂੰ ਉੱਠੀ ਜਾਂਦਾ। ਜਿਉਂ ਜਿਉਂ ਉੱਤੇ ਨੂੰ ਉੱਠਦਾ ਤੇ ਉਦੋਂ ਸੁੱਖ ਹੁੰਦਾ। ਜੇ ਚੌਗਨ ਸਾਗਰ ਤੋਂ ਬਾਹਰ ਨੂੰ ਜਾਂਦਾ ਤੇ ਉਦੋਂ ਸੁੱਖ ਹੁੰਦਾ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਕਲ ਕਲੇਸ਼ ਤਨ ਆ ਦੁਨੀਆ ਦੇ ਝਗੜੇ ਛੱਡਦਾ ਚਲੇ ਜਾਂਦਾ। ਕਦ ਛੱਡਦਾ? ਹਮਾਰਾ ਝਗੜਾ ਰਹਾ ਨਾ ਕਹੂ, ਪੰਡਤ ਮੁੱਲਾ ਛੱਡੇ ਦੋ। ਆ ਪੰਡਤ ਮੁੱਲਾਂ ਦੀਆਂ ਗੱਲਾਂ ਲਿਖੀਆਂ ਹੋਈਆਂ ਪ੍ਰਚਾਰ ਛੱਡ ਦਿੰਦਾ। पंडित मुल्ला जो लिख दिया छाड़ चले हम कछु न लिया। ले आई नहीं कुछ। पंडित मुल्ला ने जो लिखा वो नहीं जो कुरान ने लिखा। पंडित ने लिखा नहीं, ना मुल्ला ने लिखा है। वेद ने पंडित ने लिखे ने मुल्ला ने लिखे वो किसी होर ने लिखे। ਉਹਦਾ ਜਿਹਨੇ ਲਿਖੇ ਨੇ ਉਹ ਕਹਿੰਦਾ ਮੈਂ ਤਾਂ ਲਿਖੇ ਵੀ ਨਹੀਂ, ਮੈਂ ਤਾਂ ਅੱਖਰ ਵੀ ਜੋ ਫਰਮਾਏ ਨੇ ਤੇ ਪਾਏ ਨੇ। ਉਹਦਾ ਤਾਂ ਨਾਂ ਹੀ ਨਹੀਂ, ਵੇਦ ਵਿੱਚ ਨਾਂ ਹੀ ਨਹੀਂ ਕਿਸੇ ਦਾ ਕਿਹਨੇ ਲਿਖੇ ਨੇ। ਗੁਰਬਾਣੀ ਚ ਮਹੱਲੇ ਆਏ ਨੇ ਸਿਰਫ। ਥਿਰ ਅਵਸਥਾ ਹੈ। ਮਹਲ ਦਾ ਮਤਲਬ ਜੋ ਅਵਸਥਾ ਥਿਰ ਹੋ ਗਈ, ਹਿਲਦੀ ਨਹੀਂ, ਧਰੂ ਵਾਲੀ ਅਵਸਥਾ। ਇੱਕ ਨੰਬਰ ਨਾਨਕ ਹੈ, ਅਡੋਲ ਹੋਇਆ। ਦੋ ਨੰਬਰ ਤੇ ਲੈਣਾ ਅਡੋਲ ਹੋਇਆ ਉਸੇ ਅਵਸਥਾ ਦੇ ਵਿੱਚ। ਜੋ ਤੋਂ ਹਾਂ ਜੁਗਤ ਸਾਈ, ਬੁੱਧੀ ਵੀ ਉਹੀ ਹੈ, ਤਰੀਕਾ ਵੀ ਉਹੀ ਹੈ। ਜੁਗਤ ਕੀ ਹੈ? ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ।
ਅੱਗੇ ਕੀ ਹੈ? ਸਿਮਰੋ ਜਾਸ ਬਸੰਬਰ ਏਕਾ ਹੈ। ਉਹਨੂੰ ਸਿਮਰੋ ਕਿਹਨੂੰ? ਜੋ ਵਿਸੰਬਰ ਹੈ, ਜਿਹਨੇ ਆ ਵਿਸ਼ਵ ਸਾਰਾ ਭਰਿਆ, ਇੰਨਾ 84 ਲੱਖ ਜੂਨ ਬਣਾਈ ਹੈ, ਪੇੜ ਪੌਦੇ ਬਣਾਏ ਨੇ, ਚੰਦ ਸੂਰਜ ਸਾਰੀ ਕਾਇਨਾਤ ਜੀ ਨੇ ਬਣਾਈ ਆ। ਉਹ ਵਿਸ਼ੰਬਰ ਉਹਦਾ ਨਾਮ। ਵਿਸ਼ਮ ਭਰ, ਵਿਸ਼ਵ ਭਰ ਦਿੱਤਾ ਜੀ ਨੇ ਸਭ ਬਣਾ ਕੇ ਰਚਨਾ ਨਾਲ। ਇੱਕ ਹੈ ਉਹ ਪੂਰਨ ਬ੍ਰਹਮ। ਸਾਰੇ ਪੂਰਨ ਬ੍ਰਹਮੇ ਨੇ, ਅਨੇਕ ਨੇ, ਅਨੇਕ ਤੋਂ ਏਕ ਰੂਪ ਕੀ ਆ ਉਹਦਾ? ਏਕ ਰੂਪ ਉਹਦਾ ਹੁਕਮ ਹੱਥ ਹੈ। ਉਹਦਾ ਹੁਕਮ ਹੈ, ਜੋ ਉਹਦੀ ਇੱਛਾ ਉਹ ਇੱਕ ਹੈ। ਉਹ ਅਨੇਕ ਨੇ, ਅਨੇਕ ਹੈ ਫਿਰ ਏਕ ਹੈ। ਜਿੰਨੇ ਭਗਤ ਨੇ ਸਭ ਸੱਚਖੰਡ ਚ ਨੇ, ਉਸੇ ਅਵਸਥਾ ਵਿੱਚ ਨੇ। ਜਿੰਨੇ ਵੀ ਉਸ ਅਵਸਥਾ ਦੇ ਵਿੱਚ ਨੇ, ਸਾਰਿਆਂ ਦੀ ਇੱਛਾ ਸ਼ਕਤੀ ਹੈ ਜਿਹੜੀ ਇੱਕ ਹੈ, ਉਹਨੇ ਵਿਸ਼ਵ ਭਰਿਆ। ਉਹੀ ਹੁਕਮ ਹੈ, ਉਹੀ ਨਾਦ ਹੈ, ਉਹੀ ਚਲਾ ਰਹੀ ਹੈ, ਉਹੀ ਬਾਣੀ ਹੈ, ਉਹਦੇ ਹੀ ਨਾਮ ਨੇ ਸਾਰੇ। ਉਹ ਇੱਕ ਹੈ। ਉਹਨਾਂ ਦੀ ਵੈਸੇ ਏਕਤਾ, ਸਾਰਿਆਂ ਦੀ ਏਕਤਾ, ਤਾਂ ਹੀ ਇੱਛਾ ਸ਼ਕਤੀ ਇੱਕ ਹੈ। ਉਹਨਾਂ ਦੇ ਨਾਲ ਏਕਾ ਕਰਨ ਆਇਆ। ਇਹ ਯੁੱਗ ਮੈਂ ਏਕਾ ਕੋ ਆਇਆ। ਇਹ ਯੁੱਗ ਚ ਆਇਆ ਕੀ ਕਰਨਾ? ਉਹ ਉਹਨਾਂ ਨਾਲ ਜਿਹਨਾਂ ਦਾ ਏਕਾ ਉਹਨਾਂ ਚ ਰਲਣਾ ਆ। ਇਹ ਯੁੱਗ ਮੈਂ ਏਕੇ ਕੋ ਆਇਆ। ਆਇਆ ਤਾਂ ਜਨਮ ਤਾਂ ਲਿਆ ਤਾਂ ਏਕੇ ਵਾਸਤੇ। ਜਨਮ ਤੇ ਮੋਹਿਓ ਮੋਹਣੀ ਮਾਇਆ। ਜਨਮ ਦਾ ਹੀ ਅੱਜ ਸਰੀਰ ਨੇ ਬੋਲਿਆ, ਇਹਦੇ ਮੋਹ ਚ ਪੈ ਗਿਆ। ਸਰੀਰ ਦੀ ਚਿੰਤਾ ਹੋ ਗਈ। ਜੋ ਏਕਾ ਕਰਨਾ ਹੈ ਤਾਂ ਭੁੱਲ ਗਿਆ। ਤੂੰ ਤਾਂ ਆਪੇ ਦੋ ਹੋ ਗਿਆ। ਤੂੰ ਲੱਗਾ, ਸਰੀਰ ਲੱਗਾ। ਦੋ ਨੂੰ ਇੱਕ ਕਹੀ ਜਾਂਦਾ, ਦੋ ਨੂੰ ਇੱਕ ਮੰਨੀ ਜਾਂਦਾ। ਇੱਕ ਤੇਰੀ ਪਕੜ ਤੋਂ ਪਰੇ ਚਲਾ ਗਿਆ। ਚੇਤਨ ਜੜ ਨਾਲ ਮਿਲਾ ਕੇ ਏਕਾ ਕਰਦੇ ਹੈ। ਜੜ ਰਹਿਤ ਏਕੇ ਦੀ ਲੋੜ ਹੈ। ਸਰੀਰ ਤੋਂ ਬਿਨਾਂ ਇੱਕ ਦੀ ਗੱਲ ਕਰ। ਉਹ ਜਦ ਹੋਊਗਾ ਜਦ ਜਿਹੜਾ ਮਨ ਹੈ ਮਾਇਆ 'ਚ ਫਸਿਆ ਹੋਇਆ, ਸਰੀਰ 'ਚ ਮੋਹ, ਉਹ ਛੱਡ ਦੇਵੇ, ਆਪਣੇ ਮੂਲ ਨਾਲ ਜੁੜੇ, ਫਿਰ ਇੱਕ ਹੈ। ਉਹਦੇ ਬਾਅਦ ਸਾਰਿਆਂ ਨਾਲ ਇੱਕ ਹੈ, ਫਿਰ ਸੱਚਖੰਡ ਨਾਲ ਇੱਕ ਹੈ। ਅੱਜ ਯੁੱਗ ਮੈਂ ਏਕੇ ਕੋ ਆਇਆ। ਜਨਮ ਤੇ ਮੋਹਿਓ ਮੋਹਣੀ ਮਾਇਆ। ਜਨਮ ਦਾ ਹੀ ਮਾਇਆ ਨੇ ਮੋਹ ਲਿਆ। ਮਾਇਆ ਦਾ ਮੋਹ ਛੱਡਣਾ ਪਊਗਾ, ਮਾਇਆ ਦਾ ਤਿਆਗ ਕਰਨਾ ਪਊਗਾ, ਮਾਇਆ ਦਾ ਮਨੋਂ ਤਿਆਗ ਕਰਨਾ ਪਊਗਾ। ਸਰੀਰ ਕਰਕੇ ਤਿਆਗ ਨਹੀਂ ਕਰਨਾ ਪਊਗਾ। ਪਾਣੀ ਪੀਣਾ ਮਾਇਆ, ਸਾਹ ਲੈਣੇ ਉਹ ਹਵਾ, ਉਹ ਵੀ ਮਾਇਆ। ਖਾਣਾ ਪੀਣਾ ਸਭ ਮਾਇਆ, ਕਿਉਂਕਿ ਸਰੀਰ ਵੀ ਮਾਇਆ। ਸਰੀਰ ਮਾਇਆ ਹੈ। ਸਰੀਰ ਬਿਨਾਂ ਸਰਦਾ ਨਹੀਂ। ਸਰੀਰ ਤਾਂ ਬਿਨਾਂ ਤਾਂ ਗੱਲ ਬਣਨੀ ਨਹੀਂ। ਕੁਹਾੜੀ ਲੋਹੇ ਦੀ ਹੈ ਮੰਨ ਲਿਆ, ਪਰ ਲੱਕੜ ਦਾ ਬਾਹਾਂ ਚਾਹੀਦਾ ਜਾਂ ਲੱਕੜਾਂ ਕੱਟਣੀਆਂ ਨੇ। ਬੜੇ ਬੜੇ ਪੇੜ ਕੱਟਣੇ ਨੇ, ਬੜੇ ਬੜੇ ਪੇੜ ਕੱਟ ਦਿੰਦੀ ਹੈ ਬਾਹਾਂ। ਤਾਂ ਇੱਕ ਪੇੜ ਦੀ ਟਾਹਣੀ ਹੁੰਦੀ ਹੈ ਨਾ। ਕਿੰਨੀ ਕਮਾਇਆ ਸਾਡੇ ਕੋਲ ਸਰੀਰ 'ਚ, ਉਹ ਕੁਹਾੜੀ ਦਾ ਬਾਹਾਂ ਹੀ ਹੈ। ਇਹਦੇ ਨਾਲ ਸਾਰੀ ਮਾਇਆ ਕੱਟੀ ਜਾਣੀ ਹੈ। ਲੇਕਿਨ ਦਸਤਾ ਲਾਏ ਦੇਣਾ, ਫਿਰ ਦਸਤਾ ਵੀ ਫਿਰ ਛੱਡ ਦੇਣੇ, ਜਾਲ ਦੇਣੇ। ਜੇ ਦਸਤਾ ਵੀ ਅੱਗ ਸੁੱਟਦੀ ਹੈ, ਕੁਹਾੜੀ ਅੱਗ ਸੁੱਟਦੀ ਹੈ, ਕੁਹਾੜੀ ਰਹਿ ਜਾਂਦੀ ਹੈ, ਦਸਤਾ ਜਲ ਜਾਂਦਾ। ਕੁਹਾੜੀ ਤਾਂ ਨਾ ਜਲਦੀ, ਇਸ ਕਰਕੇ ਆਤਮਾ ਚਲੀ ਜਾਂਦੀ ਹੈ, ਦਸਤਾ ਜਲ ਜਾਂਦਾ ਹੈ। ਮਾਟੀ ਮਾਟੀ ਹੋਈ ਇੱਕ ਟਾਰਗੇਟ ਭੁੱਲ ਗਿਆ ਆਪਣਾ। ਟਾਰਗੇਟ ਕਿ ਸਰੀਰ ਮਾਇਆ ਦਾ ਹੈ, ਪਰ ਮਾਇਆ ਕੱਟਣ ਵਾਸਤੇ ਹੀ ਦਸਤਾ ਪਿਆ ਹੋਇਆ ਤੇਰੇ 'ਚ। ਕੂੜ ਛੁਰਾ ਮੁੱਠਾ ਮੁਰਦਾਰ। ਉਹ ਜੇ ਤਾਂ ਕੂੜ ਦਾ ਛੁਰਾ ਬਣ ਗਿਆ, ਮਨ ਕੂੜਾ, ਫਿਰ ਮੁਰਦਾਰ, ਫਿਰ ਮੁੱਠਾ ਦੇ ਰਹਾ ਹੈ। ਦਸਤਾ ਇਹੀ ਹੈ ਤੇਰਾ। ਪਰ ਜੇ ਸੱਚ ਕੀ ਕਾਤੀ ਬਣੇਗਾ, ਸੱਚ ਸਭ ਸਾਰ, ਫਿਰ ਜੇ ਦਸਤਾ ਹੈ ਨਾ, ਫਿਰ ਮਾਇਆ ਨੂੰ ਕੱਟੂ, ਫਿਰ ਮਾਇਆ ਨੂੰ ਕੱਟੂ। ਸੱਚ ਕੀ ਕਾਤੀ ਮਾਇਆ ਨੂੰ ਕੱਟੂ। ਮਨ ਝੂਠਾ ਹੈ, ਕਲਪਨਾ ਕਰਦਾ ਹੈ। ਮੁੱਠਾ ਕਿਹੜਾ ਵਿੱਚ? ਸਰੀਰ। ਮੁੱਠਾ ਮੁਰਦਾਰ, ਧਨ ਕ ਰੂਪ ਰਹਾ ਕਰਤਾਰ। ਆਹ ਤਾਂ ਰੂਪ ਧਾਰਨ ਕੀਤਾ ਕਰਤਾਰ ਨੇ। ਸੱਚਖੰਡ ਵਾਲੇ ਕੀ ਕਰਦੇ? ਉਹਨੇ ਤਾਂ ਸੁਣਦਾ ਨਹੀਂ ਗੱਲ। ਉਹ ਰਾਮ ਨੂੰ ਅੰਦਰ ਵਾਲੇ ਨੂੰ ਦੱਸਦੇ ਨੇ,
ਸ੍ਰੀ ਗੁਰਦੇਵ ਨੂੰ ਦੱਸਦੇ ਨੇ ਗੱਲ। ਆ ਸ੍ਰੀ ਗੁਰਦੇਵ ਸੁਣਦਾ, ਜਿਹੜਾ ਸੁਣ ਕੇ ਮੰਨਦਾ ਬਾਣੀ ਨੂੰ, ਜਦ ਮੰਨਣ ਲੱਗ ਜਾ, ਇਹ ਆਪ ਹੈ ਸ੍ਰੀ ਗੁਰਦੇਵ ਹੈ। ਜਿਹਨੂੰ ਬਾਣੀ ਮਿੱਠੀ ਲੱਗ ਜਾਏ, ਜਿਹਨੂੰ ਸੱਚ ਮਿੱਠਾ ਲੱਗ ਜਾਏ, ਉਹ ਸ੍ਰੀ ਗੁਰਦੇਵ ਹੈ। ਜਿਹਨੂੰ ਨਾ ਮਿੱਠਾ ਲੱਗੇ, ਨਾ ਕੌੜਾ ਲੱਗੇ, ਉਹ ਗੁਰਦੇਵ ਹੈ। ਤੇ ਜਿਹੜਾ ਉਦੋਂ ਵੀ ਗਾਹਾਂ ਚਲੇ ਜਾਵੇ, ਕੌੜਾ ਲੱਗੇ, ਫਿਰ ਉਹ ਸਖਤ ਹੈ, ਉਹ ਸਖਤ ਬਣ ਜਾਂਦਾ। ਉਹ ਸਖਤ ਹੋ ਗਿਆ, ਕੌੜਾ ਲੱਗ ਗਿਆ, ਸਖਤ ਹੋ ਗਿਆ, ਮਿੱਠਾ ਲੱਗ ਗਿਆ, ਸੰਤ ਹੋ ਗਿਆ। ਜੇ ਤਾਂ ਬਾਣੀ ਲੱਗ ਗਈ ਮਿੱਠੀ, ਸੱਚ ਮਿੱਠਾ ਲੱਗ ਗਿਆ, ਫਿਰ ਤਾਂ ਸੰਤ ਹੈ। ਜੇ ਕੌੜਾ ਲੱਗਿਆ, ਫਿਰ ਸਖਤ ਹੈ। ਜੇ ਨਾ ਮਿੱਠਾ ਨਾ ਕੌੜਾ ਲੱਗਿਆ, ਫਿਰ ਉਹ ਨਿਰਮਲ ਬੁੱਧ ਹੈ, ਬਾਲ ਬੁੱਧ ਹੈ। ਫਿਰ ਉਹ ਬਾਲ ਬੁੱਧ ਹੈ। ਉਹ ਬਾਲ ਬੁੱਧ ਵਾਲਾ ਜਿਹੜਾ ਹੈ ਸ੍ਰੀ ਗੁਰਦੇਵ ਤਾਂ ਨਹੀਂ ਹੁੰਦਾ। ਜਦ ਮਿੱਠਾ ਲੱਗਣ ਲੱਗ ਜਾਂਦਾ, ਫਿਰ ਸ੍ਰੀ ਗੁਰਦੇਵ ਬਣ ਜਾਂਦਾ। ਬਾਲ ਬੁੱਧ ਵਾਲੇ ਨੂੰ ਵੀ ਸ੍ਰੇਸ਼ਟ ਬਣ, ਬਾਲ ਬੁੱਧ ਵਾਲਾ ਤਾਂ ਆਇਆ ਹੀ ਸੀ ਨਾ, ਸ੍ਰੇਸ਼ਟ ਬਣਨ ਆਇਆ ਸੀ ਨਾ। ਬਾਲ ਬੁੱਧ ਵਾਲਾ ਤਾਂ ਆਇਆ ਤੇ ਬਾਲਕ ਲੈ ਕੇ ਜੋ ਬੁੱਧ ਆਇਆ, ਬਾਲ ਬੁੱਧ ਸੀ। ਉਹ ਤਰੱਕੀ ਕਦ ਹੋਈ ਜੇ ਸੱਚ ਮਿੱਠਾ ਲੱਗਿਆ। ਪਹਿਲਾਂ ਮੂੰਹ ਮਿੱਠਾ ਸੀ, ਮੂੰਹ ਮਿੱਠੇ ਦੇ ਥਾਂ ਸੱਚ ਮਿੱਠਾ ਲੱਗਿਆ। ਮਾਇਆ ਦਾ ਮੂੰਹ ਮਿੱਠਾ ਸੀ, ਕੁਰਬਾਨ ਕੀਤਾ ਤਿਸੇ ਬਿਟੋਂ ਜਨ ਮੂੰਹ ਮਿੱਠਾ ਲਾਇਆ। ਮੂੰਹ ਮਿੱਠਾ ਲਾਤਾ ਦੀ ਬੁੱਧੀ ਨੂੰ, ਪਰ ਸੱਚ ਮਿੱਠਾ ਲੱਗਿਆ ਗੁਰਦੇਵ ਨੂੰ। ਫਿਰ ਗੁਰਦੇਵ ਬਣ ਗਿਆ ਸ੍ਰੀ ਗੁਰਦੇਵ। ਸ੍ਰੀ ਗੁਰਦੇਵ ਹੁੰਦਾ ਸ੍ਰੇਸ਼ਟ ਬੁੱਧ ਵਾਲਾ ਗੁਰਦੇਵ। ਉਹ ਗੁਰਦੇਵ ਜਿਹਦੀ ਬੁੱਧ ਸ੍ਰੇਸ਼ਟ ਹੋਈ, ਸ੍ਰੇਸ਼ਟ ਬੁੱਧ ਵਾਲਾ ਗੁਰਦੇਵ, ਪੋਜ਼ਿਟਿਵ ਬੁੱਧ ਵਾਲਾ ਗੁਰਦੇਵ ਸ੍ਰੀ ਗੁਰਦੇਵ ਹੈ ਨਮः। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਟਾਵੋ। ਸਿਮਰੋ ਜਸ ਬਸੰਬਰ ਇੱਕ ਹੈ। ਇੱਕ ਨੂੰ ਸਿਮਰਨਾ, ਇੱਕ ਆਪ ਇੱਕ ਹੀ ਅਸਲ ਚ, ਤੂੰ ਵੀ ਇੱਕ ਹੀ ਆ। ਆਪਣੇ ਅਤੀਤ ਸਰੂਪ ਦਾ ਚੇਤਾ ਰੱਖਣਾ, ਮੈਂ ਇੱਕ ਮੈਂ ਹਾਂ, ਹੋਰ ਨਹੀਂ ਕੋਈ ਹੈ। ਤੇਰੀ ਉਹ ਰਾਮ ਕਹਾਣੀ ਹੈ, ਤੂੰ ਹੀ ਰਾਮ ਹੈ। ਇਹ ਰਾਮ ਕਥਾ 10ਵੇਂ ਪਾਤਸ਼ਾਹ ਨੇ ਕਿਹਾ ਇਹਨੂੰ। ਹਰ ਕੀ ਕਥਾ 5ਵੇਂ ਪਾਤਸ਼ਾਹ ਨੇ ਕਿਹਾ ਸਭ ਤੇ ਉੱਤਮ ਹਰ ਕੀ ਕਥਾ। ਰਾਮ ਨੂੰ ਵੀ ਹਰ ਕਾ ਖਿਤਾਬ ਹੈ, ਕ੍ਰਿਸ਼ਨ ਨੂੰ ਵੀ ਹਰੀ ਕਾ ਖਿਤਾਬ ਹੈ, ਵਿਸ਼ਨੂੰ ਨੂੰ ਵੀ ਹਰੀ ਕਾ ਖਿਤਾਬ ਹੈ, ਸ਼ਿਵ ਨੂੰ ਵੀ ਹਰੀ ਕਾ ਹੀ ਖਿਤਾਬ ਹੈ। ਹਰੇ ਰਾਮਾ ਹਰੇ ਕ੍ਰਿਸ਼ਨਾ ਹਰੇ ਹਰੇ, ਇਹ ਸਭ ਪ੍ਰਚਲਿਤ ਹੈ। ਲੇਕਿਨ ਕਿਸੇ ਨੇ ਹਰੀ ਨੂੰ ਤਿਆਗੀ ਮੰਨ ਲਿਆ, ਕਿਸੇ ਨੇ ਹਰੀ ਨੂੰ ਰਾਜਾ ਮੰਨ ਲਿਆ। ਉਹ ਕਹਿੰਦੇ ਵੀ ਉਹ ਜ਼ਿਆਦਾ ਪਰਉਪਕਾਰ ਕਰ ਸਕਦਾ, ਉਹ ਜੀਵਨ ਸੌਖਾ ਹੈ, ਉਧਰ ਦੀ ਸੌਖਾ ਤਰੀਕਾ ਹੈ। ਉਹ ਕਹਿੰਦੇ ਇੱਧਰ ਦੀ ਸੌਖਾ ਤਰੀਕਾ। ਦੋਏ ਤਰੀਕੇ ਨਾਲ ਲੋਕ ਉਪੜੇ ਨੇ। ਦੱਤਾਤਰੇయ ਇੱਧਰੋਂ ਆਇਆ, ਪਾਰਸਨਾਥ ਇੱਧਰ ਦੀ ਆਇਆ, ਮਛਿੰਦਰਨਾਥ ਇੱਧਰ ਦੀ ਆਇਆ। ਸ਼ਿਵ ਵਾਲੇ ਰਸਤੇ, ਦੂਏ ਰਸਤੇ ਵੀ ਆਏ ਨੇ। ਮਹਾਤਮਾ ਬੁੱਧ ਨੇ ਕੋਸ਼ਿਸ਼ ਕੀਤੀ ਦੋਹਾਂ ਰਸਤਿਆਂ ਨੂੰ ਇੱਕ ਕਰਨ ਦੀ, ਉਹਨੂੰ ਲੱਭਿਆ ਕੁਝ ਨਹੀਂ। ਉਹਨੂੰ ਆਤਮਾ ਬਾਰੇ ਗਿਆਨ ਨਹੀਂ ਹੋਇਆ। ਆਤਮਾ ਪੁੱਛਿਆ, ਕਿਉਂਕਿ ਉਹਨੇ ਜਿਹੜਾ ਕੁਝ ਪੜ੍ਹਿਆ, ਜੋ ਕੋਈ ਕਾਸ਼ੀ ਸੀ ਉਹ ਪੜ੍ਹ ਲਿਆ। ਕਬੀਰ ਨੇ ਵੀ ਉਹੀ ਪੜ੍ਹਿਆ ਸੀ। ਰਾਜਾ ਸੀਗਾ, ਪੰਡਤ ਵਾਲਾ ਗਿਆਨ ਨਹੀਂ ਪੜ੍ਹਨਾ ਸੀ ਉਹਨੇ, ਕਿਉਂਕਿ ਰਾਜੇ ਨਾਲ ਪੰਡਤ ਅਟੈਚ ਹੁੰਦਾ। ਬ੍ਰਾਹਮਣ ਸ਼ਿਵ ਨਾਲ ਅਟੈਚ ਰਿਹਾ। ਬ੍ਰਾਹਮਣ ਜਿੰਨੇ ਨੇ ਸ਼ਿਵ ਨਾਲ ਅਟੈਚ ਰਹੇ ਨੇ ਬ੍ਰਹਮ ਗਿਆਨੀ। ਇਹ ਤਾਂ ਭੁੱਲੜ ਨੇ ਜਿਹੜੇ ਆ ਦੂਏ ਸ਼ਬਦ ਨੂੰ ਹੁਣ ਕਹਿਣ ਲੱਗ ਗਏ। ਜਦੋਂ ਸਿੱਧਾ ਨਹੀਂ ਗੱਲ ਹੋ ਰਹੀ ਹੈ, ਸਿਰਫ ਜੋਗੀਆਂ ਨਾਲੇ ਹੋ ਰਹੀ ਹੈ, ਪੰਡਤ ਨਾਲ ਨਹੀਂ ਹੋਈ। ਉਹਨੂੰ ਪਤਾ, ਪੰਡਤ ਨੂੰ ਪਤਾ ਤੇ ਸ਼ੈਤਾਨ, ਪੰਡਤ ਸ਼ੈਤਾਨ ਹੈ, ਵਿਦਵਾਨ ਹੈ, ਉਹ ਨਹੀਂ ਮੰਨੂਗਾ। ਉਹਨੂੰ ਪਤਾ ਹੈ, ਜਾਣ ਬੁੱਝ ਕੇ ਰਾਹ ਬਦਲਿਆ ਹੋਵੇ ਜਿਹਨੇ, ਉਹਨੂੰ ਉਪਦੇਸ਼ ਕਰਨ ਦੀ ਲੋੜ ਨਹੀਂ ਹੁੰਦੀ। ਉਹਨੂੰ ਤਾਂ ਐਂ ਕਿਹਾ, ਪੰਡਿਆ ਕਬਣ ਕੁਮਤ ਤੁਮ ਲਾਗੇ। ਕਿਹੜੀ ਕੁਮਤ ਤੂੰ ਉਲਟੀ ਮੱਥੀ ਲੱਗਿਆ। ਬੂਢੋਗੇ ਪਰਿਵਾਰ ਸਕਲ ਸੋ ਨਾਮ ਨ ਜਪੋ ਅਪਾਕੇ। ਉਹਦੇ ਚਰਚਾ ਨਹੀਂ ਕੀਤੀ ਹੈ, ਉਹਨੇ ਸਿੱਧੀ ਗੱਲ ਇਹੀ ਕਹੀ ਹੈ। ਚਰਚਾ ਇਹਨਾਂ ਨੇ ਕੀਤੀ ਹੈ, ਜੋਗੀਆਂ ਨੇ ਸਿੱਧਾ ਗੋਸ਼ਟੀ ਕੀਤੀ ਹੈ।
ਬ੍ਰਾਹਮਣ ਇਹਨਾਂ ਨਾਲ ਜੁੜੇ ਰਹੇ ਨੇ, ਬ੍ਰਹਮ ਗਿਆਨੀ ਇਹਨਾਂ ਨੂੰ ਉਪਦੇਸ਼ ਕਰਦੇ ਰਹੇ ਨੇ ਵੀ ਇਹ ਭੁੱਲਣ ਨੇ ਮੰਨ ਲੈਣਗੇ, ਇਹ ਮੰਨ ਵੀ ਲੈਂਦੇ ਨੇ, ਇਹ ਮੰਨ ਵੀ ਲੈਂਦੇ ਨੇ। ਉਹ ਨਹੀਂ ਮੰਨਦੇ, ਉਹ ਸ਼ੈਤਾਨ ਨੇ। ਦੇਵਤੇ ਦੇਵਤੇ ਸ਼ੈਤਾਨ ਹੁੰਦੇ ਨੇ। ਗੁਰਦੁਆਰੇ ਮੰਦਰਾਂ ਵਾਲੇ ਜਿਹੜੇ ਕੰਮ ਕਰਨ ਵਾਲੇ ਦੇਵਤੇ ਹੀ ਹੁੰਦੇ ਕਹਾਉਂਦੇ ਨੇ ਆਪਣੇ ਆਪ ਨੂੰ, ਇਹ ਸ਼ੈਤਾਨ ਹੁੰਦੇ ਨੇ, ਹੰਕਾਰੀ ਹੁੰਦੇ ਨੇ। ਫਿਰ ਉਹ ਕੀ ਕਰਦਾ, ਅਭਿਮਾਨ ਉਤਾਰਨ ਦੇਵਤਿਆਂ ਮੈਂ ਖਾਸੁਰ ਸੁਭ ਉਪਾਇਆ। ਐਸੇ ਤਰਕਸ਼ੀਲ ਪੈਦਾ ਕਰ ਦਿੰਦਾ ਹੈ ਕਿ ਜਿਹੜੇ ਇਹਨਾਂ ਦਾ ਨਾਸ ਮਾਰ ਦਿੰਦੇ ਨੇ, ਜਵਾਬ ਨਹੀਂ ਦੇ ਸਕਦੇ। ਉਹ ਕਹਿੰਦੇ ਸਾਬਿਤ ਕਰੋ ਜੋ ਤੁਹਾਡੇ ਧਰਮ 'ਚ ਲਿਖਿਆ ਹੋਇਆ, ਸਾਨੂੰ ਦਰਸ਼ਨ ਕਰਾਓ ਬਿਨਾਂ ਅੱਖਾਂ ਤੇ। ਇਹਨਾਂ ਕੋਲ ਹੁੰਦਾ ਹੀ ਕੱਖ ਨਹੀਂ। ਇਹਨਾਂ ਦੇ ਅਰਥ ਬਦਲੇ ਹੁੰਦੇ ਨੇ, ਉਹ ਸਮਝ ਲੈਂਦੇ ਨੇ, ਸਿਆਣੇ ਹੁੰਦੇ ਨੇ ਉਹ ਵੀ। ਉਹ ਜਦ ਇਹਨਾਂ ਨੂੰ ਵੱਟ ਪਾ ਲੈਂਦੇ ਨੇ ਨਾ ਵਿਦਵਾਨਾਂ ਨੂੰ। ਬ੍ਰਾਹਮਣ ਤਾਂ ਵਿਚਾਰੇ ਝੂਰਦੇ ਹੁੰਦੇ ਨੇ, ਬ੍ਰਾਹਮਣਾਂ ਕੋਲ ਗਿਆਨ ਹੁੰਦਾ ਨਹੀਂ, ਉਹ ਵੀ ਝੂਰਦੇ ਨੇ, ਪੂਰੀ ਸੋਝੀ ਹੈ ਨਹੀਂ। ਚੰਗੇ ਆਦਮੀ ਵੀ ਝੂਰਦਾ ਹੀ ਸੀ। ਉਹ ਕਹਿੰਦੇ ਚਲੋ ਪਰਮੇਸ਼ਰ ਆਪੇ ਦਊ ਨਾ, ਆਪੇ ਪ੍ਰਗਟ ਕਰੂਗਾ, ਆਪੇ ਐਂ ਕਰੂਗਾ, ਅਸੀਂ ਸੁਣਦੇ ਹੀ ਆਏ। 75 ਸਾਲ ਤੇ ਤਾਂ ਮੈਂ ਸੁਣਦਾ ਇਹ ਗੱਲਾਂ, 75 ਤੇ ਵੀ ਜ਼ਿਆਦਾ, ਤੇ 6-7 ਸਾਲ ਦਾ ਹੀ ਸੀ ਜਦ ਸੁਣਨਾ ਐ ਹੋਊਗਾ, ਐ ਹੋਊਗਾ। ਹੁਣ ਵੀ ਕਹਿੰਦੇ ਨੇ ਹੋਊਗਾ। ਦਸਮ ਪਾਤਸ਼ਾਹ ਨੇ ਵੀ ਕਿਹਾ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਗੁਰੂ ਨਾਨਕ ਨੇ ਕਿਹਾ ਸੀ ਨਾਰੀ ਜੁਗ ਜੁਗ ਭਗਤੋਂ ਪਾਇਆ। ਉਹਨਾਂ ਨੂੰ ਵਿਸ਼ਵਾਸ ਸੀ ਜੁਗ ਜੁਗ ਭਗਤ ਪ੍ਰਗਟ ਹੁੰਦੇ ਰਹਿੰਦੇ, ਹੁਣ ਵੀ ਹੋਊ ਗੱਲ, ਪ੍ਰਗਟ ਹੋਊਗੀ। ਕੋਈ ਨਾ ਕੋਈ ਭਗਤ ਪ੍ਰਗਟ ਹੋ ਜੂਗਾ, ਕਰ ਦੂਗਾ। ਫਿਰ ਜਿਹੜੇ ਬਾਕੀ ਨੇ ਲੱਖ ਕਰੋੜਾਂ ਤਰ ਜਾਂਦੇ ਨੇ, ਫਿਰ ਤੇ ਕੀ ਬਰਕਤ ਖਾਏ ਅਸੰਖ ਕਰੋੜ, ਅਸੰਖ ਕਰੋੜ ਫਿਰ ਉਹ ਗੱਲ ਤੋਂ ਲਾਭ ਲੈ ਜਾਂਦੇ ਨੇ, ਤਰ ਜਾਂਦੇ ਨੇ। ਸਭ ਦਰਜਾ ਗੁਰਬਾਣੀ ਦੇ ਵਿੱਚ ਸਾਰੀਆਂ ਗੱਲਾਂ। ਲੇਕਿਨ ਜਿਹੜੇ ਧੰਦਾ ਬਣਾਉਣ ਵਾਲੇ ਨੇ ਧਰਮ ਨੂੰ, ਉਹ ਇਹ ਤਾਂ ਕਿਉਂ ਵਿਸ਼ਵਾਸ ਕਰਦੇ? ਉਹਨਾਂ ਨੂੰ ਪਤਾ ਵੀ ਉਹ ਪ੍ਰਗਟ ਹੋਇਆ ਸਾਡੀ ਜੜ ਪੱਟੀ। ਇਹਨਾਂ ਦਾ ਦੁਸ਼ਮਣ ਹੁੰਦਾ ਉਹ, ਇਸ ਕਰਕੇ ਖਾਲਸੇ ਨੂੰ ਦੁਸ਼ਮਣ ਮੰਨਦੇ ਸੀ ਆਪਣਾ। ਇਹ ਅਕਾਲੀ ਵੀ, ਮਿਸ਼ਨਰੀ ਇਹ ਵੀ। ਕਿਉਂ? ਜਿੱਦਣ ਇਹਨਾਂ 'ਚ ਕੋਈ ਪ੍ਰਗਟ ਹੋਣੇ, ਉਹਨਾਂ ਨੂੰ ਪਤਾ ਸੀ ਵੀ ਸਾਡੀ ਉਦਣੇ ਮੌਤ ਹੈ, ਸਾਡੀ ਉਦਣੇ ਹੀ ਸਾਡੇ ਪਰਦੇ ਜ਼ਾਹਰ ਹੋ ਜਾਣੇ ਨੇ। ਇਹਨਾਂ ਨੂੰ ਬਦਨਾਮ ਕਰਕੇ ਰੱਖੋ ਪਹਿਲਾਂ ਹੀ। ਇਹਨਾਂ ਦੇ ਵਿੱਚ ਕੁਛ ਬੈਠੀ ਹੈ ਬਹੁਤ ਬਾੜੇ ਬੜੇ ਆ ਕੇ, ਵੀ ਇਹਨਾਂ ਨੂੰ ਖਤਮੇ ਕਰ ਦਈਏ। ਪਰ ਉਹ ਦਸਮ ਪਾਤਸ਼ਾਹ ਦੀ ਗੱਲ ਸੀ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਉਹ ਤੇ ਭਰੋਸਾ ਕੀਤਾ ਸੀ। ਮੈਨੂੰ ਲੱਗਦਾ ਨਿਹੰਗਾ ਸਿੰਘਾਂ ਦਾ ਵੀ ਭਰੋਸਾ ਨਹੀਂ ਸੀ। ਉਹ ਪੜ੍ਹਿਆ ਹੀ ਨਹੀਂ ਹੈ, ਤਾਂ ਪੜ੍ਹਦੇ ਹੀ ਨਹੀਂ ਕੁਛ, ਇਹਨੂੰ ਤਾਂ ਪਤਾ ਹੀ ਨਹੀਂ ਕਿਸੇ ਦਾ। ਇਹਨਾਂ ਦਾ ਵਿਸ਼ਾ ਹੀ ਨਹੀਂ ਹੈ, ਇਹ ਕਬਜ਼ੇ ਕਰਨਾ ਵਿਸ਼ਾ ਇਹਨਾਂ ਦਾ। ਤਾਂ ਬਸ ਉਹ ਕਰ ਲਓ, ਜ਼ਮੀਨ ਉੱਥੇ ਉਹ ਪਿਆ 4 ਬਿੱਗੇ ਜ਼ਮੀਨ, ਉੱਥੇ ਝੰਡਾ ਲਾ ਲਓ, ਬਹੁਤ ਸਥਾਨ ਬਣਾ ਲਓ। ਤੇ ਬਿਲਕੁਲ ਹੀ ਥੱਲੇ ਡਿੱਗੇ, ਬਾਣਾ ਪਾ ਲਓ, ਲੋਕਾਂ ਨੂੰ ਡਰਾ ਧਮਕਾ ਕੇ ਕਬਜ਼ੇ ਕਰੀ ਜਾਓ। ਆਹ ਕੰਮ ਸੀ ਇਹਨਾਂ ਦਾ। ਇਹ ਕੋਈ ਪੰਥ ਚਲਾਉਣ ਵਾਲੀ ਗੱਲ ਹੈ? ਤੁਸੀਂ ਪੰਥ ਚਲਾਓਗੇ? ਤੁਹਾਨੂੰ ਕਿਹਾ ਸੀ। ਇਹ ਕੁਛ ਬੈਠੀ ਆਏ ਹੋਏ ਨੇ ਦੂਏ ਪਾਸੇ ਤੇ ਪਖੰਡਵਾਦ ਵੀ ਆਵੜਦਾ ਹੁੰਦਾ। ਉਹ ਤਾਂ ਸਮਝਦੇ ਸੀ ਬੇੜਾ ਡੋਬਤਾ ਇਹਨਾਂ ਦਾ, ਪੱਲੇ ਕੱਖ ਨਹੀਂ। ਬਾਦਲ ਨੇ ਤਾਂ ਬੇੜਾ ਡੋਬਤਾ ਸੀ, ਹੁਣ ਇਹ ਤਾਂ ਖਤਰਾ ਹੀ ਕੋਈ ਨਹੀਂ, ਅੱਛਾ ਵੀ ਨਹੀਂ। ਇਹਨਾਂ ਤਾਂ ਹੈ ਵੀ ਖਤਰਾ ਕੋਈ ਨਹੀਂ, ਜਿਹੜੇ ਤੁਰੇ ਫਿਰਦੇ ਨੇ। ਇਹਨਾਂ ਤੋਂ ਕੀ ਖਤਰਾ, ਕਿਹਨੂੰ ਖਤਰਾ? ਇਹਨਾਂ ਤੋਂ ਤਾਂ ਦੂਏ ਨੂੰ ਕੋਈ ਹੋਈ, ਆਪਣੇ ਆਪ ਤੋਂ ਹੀ ਖਤਰਾ ਇਹਨਾਂ ਨੂੰ, ਇੱਕ ਦੂਏ ਤੋਂ ਹੀ। ਇਹ ਤਾਂ ਇੱਕ ਦੂਏ ਨੂੰ ਮਾਰਨ ਲੱਗੇ, ਕਾਹਦੇ ਵੇ ਕਬਜ਼ਿਆਂ ਪਿੱਛੇ, ਜ਼ਮੀਨ ਪਿੱਛੇ। ਤੁਹਾਨੂੰ ਦੁਸ਼ਮਣ ਦੀ ਕੀ ਲੋੜ ਹੈ? ਤੁਸੀਂ ਰਾਜ ਕਰ ਲਓਗੇ। ਅੰਦਰ ਝਾਕ ਕੇ ਦੇਖੋ ਆਪਣੇ ਕੀ ਹਾਲਤ ਹੈ। ਦੁਸ਼ਮਣ ਦੀ ਤਾਂ ਉਹਨੂੰ ਲੋੜ ਹੈ ਜਿਹਦੇ 4 ਭਾਈਆਂ ਦਾ ਇੱਕ ਹੈ, ਜਿਹੜੇ ਆਪਸ ਵਿੱਚ ਇੱਕ ਦੂਜੇ ਦੇ ਦੁਸ਼ਮਣ ਨੇ। ਬਾਹਰਲੇ ਦੁਸ਼ਮਣ ਦੀ ਕੀ ਲੋੜ ਹੈ ਉੱਥੇ? ਤੁਸੀਂ ਤਾਂ ਘਰ ਦੇ ਇੱਕ ਦੂਜੇ ਦੇ ਦੁਸ਼ਮਣ ਹੋ। ਜਵਾਬ ਦਸਮ ਪਾਤਸ਼ਾਹ ਨੂੰ ਦੇਣਾ ਪੈਣਾ। ਫਿਰ ਭੁਲੇਖੇ ਰਹੋ। ਸੰਗਤ ਵੀ ਮੰਗ ਸਕਦੀ ਹੈ, ਉਸ ਵਿੱਚ ਸੰਗਤ ਹਰ ਪ੍ਰਭ ਬਸੇ ਜੀਓ। ਜੇ ਤਾਂ ਗੁਰਬਾਣੀ ਤੇ ਹੈਗਾ ਭਰੋਸਾ, ਫਿਰ ਤਾਂ ਸੰਗਤ ਦੇ ਵਿੱਚ ਬਸਦਾ ਉਹ। ਔਰ ਬਸਦਾ ਜਾਂ ਤੁਹਾਡਾ ਭਰੋਸਾ ਹੋਵੇ ਨਾ ਹੋਵੇ, ਕੀ ਫਰਕ ਪੈਂਦਾ? ਸਾਡੇ ਭਰੋਸੇ ਨਾਲ ਕੀ ਫਰਕ ਪੈਂਦਾ?
ਗੁਰਬਾਣੀ ਨੂੰ। ਗੁਰਬਾਣੀ ਜੋ ਕਹਤਾ ਅਟਲ ਸੱਚ ਹੈ। ਤੁਸੀਂ ਤਾਂ ਪੱਤੇ ਜਿਵੇਂ ਸੁੱਕੇ ਪੱਤੇ ਹੁੰਦੇ ਨੇ ਨਾ, ਦਰਖਤ ਦੇ ਥੱਲੇ ਪਏ, ਇੱਕ ਬੁੱਲ ਆਇਆ ਉੜ ਕੇ ਚਲੇ ਜਾਂਦੇ ਨੇ, ਐ ਉੜ ਜਾਣਾ। ਪੀਪਲ ਕੇ ਜਿਉਂ ਪਾਤ ਉਡਾਨੇ, ਜਦ ਬੋਲਦਾ ਨਾ, ਬੋਲੀ ਨਾ ਚੰਡੀ ਗਰਜੀ, ਕਹਿੰਦੇ ਪਿੱਪਲ ਦੇ ਪੱਤਿਆਂ ਉੜ ਕੇ ਮੂਰੇ ਖੜੇ ਤੇ ਜਿਹੜੇ ਉਹ ਸੰਗਤ ਇਹ ਹੁੰਦੀ ਆ ਤੁਹਾਡੇ ਨਾਲ ਪਿੱਪਲ ਦੇ ਪੱਤਿਆਂ ਨਾਲ ਉੜਨ ਵਾਲੀ। ਹੋਰ ਕੀ ਆ, ਟਾਹਣੀਆਂ ਖੜੀਆਂ ਰਹਿਣ, ਪੱਤੇ ਝੜ ਕੇ ਟਾਹਣੀਆਂ ਦਾ ਕੀ ਹੈ, ਆਪੇ ਟੁੱਟ ਕੇ ਥੱਲੇ ਗਿਰ ਜਾਂਦੀਆਂ ਨੇ। ਜਿਹੜੇ ਦਰਖਤ ਦੇ ਪੱਤੇ ਨਹੀਂ ਰਹਿੰਦੇ, ਉਹ ਦਰਖਤ ਦਾ ਹਾਲ ਕਦੇ ਦੇਖ ਲਿਓ ਕੀ ਹੁੰਦਾ। ਉਹਦੇ ਚ 4 ਸਾਲ ਨਿਗਾਹ ਰੱਖਿਓ, ਬੜੇ ਬੜੇ ਟਾਹਣੇ ਆਪੇ ਥੱਲੇ ਗਿਰਨ ਲੱਗ ਜਾਂਦੇ ਨੇ ਟੁੱਟ ਕੇ। ਦੇਖ ਲਿਓ ਕੀ ਹਾਲ ਹੁੰਦਾ। ਆ ਬੜੇ ਬੜੇ 3000 ਧਰਮ ਖਤਮ ਹੋ ਚੁੱਕਿਆ ਦੁਨੀਆ 'ਚ ਪੈਦਾ ਹੋ ਕੇ। ਤੁਹਾਡੇ ਵਾਲੇ ਵੀ ਧਰਮ ਪੈਦਾ ਤੇ ਵੀ ਖਤਮ ਹੈ। ਜਿਹੜਾ ਤੁਹਾਡਾ ਧਰਮ ਹੈ ਖਤਮ ਹੈ ਹੁਣ, ਐਂਡ ਹੈ ਇਹਦਾ। ਆ ਧਰਮ ਹੈ, ਆ ਸੱਚ ਹੈ। ਤਾਂ ਜਿਹੜਾ ਮੈਂ ਕਹਿੰਦਾ ਗੁਰਬਾਣੀ ਕਹਿੰਦੀ, ਗੁਰਬਾਣੀ ਵਾਲਾ ਤੁਹਾਡਾ ਹੈ ਨਹੀਂ। ਇਹ ਸਾਬਤ ਕਰੋ ਗੁਰਬਾਣੀ ਵਾਲਾ ਤੁਹਾਡਾ। ਤੂੰ ਤਾਂ ਗੁਰਬਾਣੀ ਰੱਖੀ ਹੈ ਤੁਖਾਨ ਚਲਾਉਣ ਨੂੰ। ਗੁਰੂ ਦੇ ਨਾਂ ਤੇ ਮੱਥਾ ਟੇਕਦੇ ਲੋਕ, ਗੁਰੂ ਦੀ ਵਿਚਾਰਧਾਰਾ ਤੇ ਵਿਰੋਧ ਖਰਚ ਕਰਦੇ ਹੋ ਤੁਸੀਂ। ਗੁਰੂ ਦੀ ਵਿਚਾਰਧਾਰਾ ਤੇ ਵਿਰੋਧ ਵਿੱਚ ਖਰਚ ਹੋ ਰਿਹਾ ਮਾਇਆ, ਜਿਹੜੀ ਗੁਰੂ ਦੇ ਨਾਂ ਤੇ ਆ ਰਹੀ ਹੈ। ਇਹ ਇਦੋਂ ਵੱਡਾ ਅਪਰਾਧ ਕੋਈ ਨਹੀਂ ਹੋ ਸਕਦਾ। ਤੁਸੀਂ ਆਪਣੀ ਕਮਾਈ ਨੂੰ ਗੁਰੂ ਦੇ ਖਿਲਾਫ ਖਰਚ ਕਰਦੇ, ਕੋਈ ਗੱਲ ਨਹੀਂ ਸੀ। ਗੁਰੂ ਦੇ ਨਾਂ ਤੇ ਪੈਸਾ ਲੈ ਕੇ ਗੁਰੂ ਦੇ ਖਿਲਾਫ ਇਸਤੇਮਾਲ ਕਰਨਾ ਜਿਹੜਾ ਹੈਗਾ, ਇੱਕ ਹੋਰ ਕਿਸਮ ਦਾ ਅਪਰਾਧ ਹੈ, ਜਿਹਦੀ ਮਾਫੀ ਕੋਈ ਨਹੀਂ ਹੈ। ਸਜ਼ਾ ਵੀ ਬਹੁਤ ਭਿਆਨਕ ਹੈ, ਨਰਕ ਦੀ ਸਜ਼ਾ ਹੈ, ਸਭ ਤੋਂ ਥੱਲੇ ਨੀਚਤਮ ਸਜ਼ਾ ਹੈ। ਸੁੱਖ ਨਹੀਂ ਹੈ ਕਿਸੇ ਦੇ ਅੰਦਰ। ਸੁੱਖ ਕਿੱਥੇ ਗਿਆ? ਤੁਸੀਂ ਤਾਂ ਧਰਮ ਕਹਿੰਦੇ ਹੋ, ਦੇਖ ਕੇ ਚੱਕ ਕੇ ਦੇਖੋ ਸੁੱਖ ਹੈ। ਸਿਮਰਨ ਕਰਦੇ ਹੋ, ਕਿਸੇ ਦੇ ਅੰਦਰ ਸੁੱਖ ਹੈ? ਜਿਹੜਾ ਸਿਮਰਨ ਤੁਸੀਂ ਕਰਾਉਣੇ, ਕਿਸੇ ਦੇ ਅੰਦਰ ਸੁੱਖ ਪੈਦਾ ਹੋ ਰਿਹਾ? ਕਿਉਂ ਨਹੀਂ ਹੋ ਰਿਹਾ? ਕਿਉਂ ਨਹੀਂ ਹੋ ਰਿਹਾ? ਗੁਰਬਾਣੀ ਨੂੰ ਇਗਨੋਰ ਕਿਉਂ ਕੀਤਾ ਤੁਸੀਂ? ਤੁਹਾਡੇ ਪਰਦੇ ਫੁੱਲਦੀ ਹੈ ਤਾਂ ਇਹਦੇ ਅਰਥ ਬਦਲੇ ਨੇ। ਇਹਦੇ ਤੇ ਕਬਜ਼ਾ ਕਰਕੇ ਹੋਰ ਅਰਥ ਦਿੱਤੇ, ਕਿਉਂ ਦਿੱਤੇ? ਇਹਦੇ ਅਰਥਾਂ ਵਾਲਾ ਕੋਈ ਜੰਮੇ ਹੀ ਨਾ, ਰਹੇ ਹੀ ਨਾ। ਇਹ ਪਲਾਨ ਕਿਉਂ ਬਣਾਏ? ਪਰਮੇਸ਼ਰ ਦੇ ਖਿਲਾਫ ਬਣਾਏ ਸਭ ਕੁਝ। ਇਹ ਤਾਣਾ ਬਾਣਾ ਸਭ ਪਰਮੇਸ਼ਰ ਤੋਂ ਖਿਲਾਫ ਬਣਿਆ ਹੋਇਆ ਸੀ, ਔਰ 300 ਸਾਲ ਦਾ ਬਣਿਆ ਜਾ ਰਿਹਾ ਸੀ। ਪਹਿਲਾਂ ਦੇ ਵੈਸੇ ਤਾਂ ਬਣਿਆ ਜਾ ਰਿਹਾ ਸ਼ੁਰੂ ਤੋਂ ਹੀ। 10ਵੇਂ ਪਾਤਸ਼ਾਹ ਵੇਲੇ, ਕਬੀਰ ਵੇਲੇ ਕਿਹੜਾ ਨਹੀਂ ਥਾ। ਇਹ ਸੰਸਾਰ 'ਚ ਤਾਣਾ ਬਾਣਾ ਹਮੇਸ਼ਾ ਰਹਿੰਦਾ ਹੈ। ਇਹ ਸੰਸਾਰ ਪਰਮੇਸ਼ਰ ਦੇ ਖਿਲਾਫ ਹੈ, ਕੰਮ ਖਿਲਾਫ ਕਰਦਾ। ਮੂੰਹ ਦੇ ਵਿੱਚ ਰਾਮ ਰਾਮ ਹੈ, ਬਗਲ 'ਚ ਛੁਰੀ ਹੈ। ਸੰਸਾਰ ਦੇ ਰਾਮ ਰਾਮ ਮੂੰਹ 'ਚ ਹੈ, ਬਗਲ में ਛੁਰੀ ਹੈ। ਰਾਮ ਰਾਮ ਵੀ ਇਹਨਾਂ ਦਾ ਰਾਮ ਨਹੀਂ ਹੈ, ਟੈਂ ਟੈਂ ਹੈ। ਉਹ ਟੈਂ ਟੈਂ, ਉਹ ਹੱਟ ਨੂੰ ਕਹਿੰਦੇ ਹਰ ਹੱਟ ਵੀ ਚੂੰ ਚੂੰ ਕਰੇ। ਉਹ ਚੀਂ ਚੀਂ ਕਰਦਾ ਸਵੇਰ ਬਾਅਦ, ਲੱਕੜ ਦੇ ਹੱਟ ਹੁੰਦੇ ਤੇ। ਹਰ ਹੱਟ ਵੀ ਤੂੰ ਤੂੰ ਕਰੇ, ਉਹ ਤੂੰ ਤੂੰ ਕਰਦਾ ਹੈ। ਕਹਿੰਦੇ ਨੇ ਤੂੰ ਤੂੰ ਕਰਦਾ, ਚੀਂ ਚੀਂ ਨੂੰ ਤੂੰ ਤੂੰ ਬਣਾਤਾ ਇਹਨਾਂ ਨੇ। ਜੇ ਹਰ ਹੱਟ ਵੀ ਤੂੰ ਤੂੰ ਕਰਦਾ ਹੈ, ਬੋਲਾ ਭਲੀ ਬਾਣੀ, ਭਲੀ ਬਾਣੀ ਬੋਲਦਾ, ਚੰਗੀ ਬਾਣੀ ਬੋਲਦਾ। ਉਹਦਾ ਉਧਾਰ ਕਿਉਂ ਨਹੀਂ ਹੁੰਦਾ? ਬਈ ਤੁਹਾਡਾ ਕਾਹਦੇ ਹੋ ਜਾਂਦਾ? ਉਹ ਵੀ ਤੂੰ ਤੂੰ ਕਹਿੰਦਾ, ਤੁਸੀਂ ਵੀ ਤੂੰ ਤੂੰ ਕਹਿੰਦੇ ਹੋ। ਉਹਦਾ ਦਰਗਾਹ 'ਚ ਪ੍ਰਵਾਨ ਕਿਉਂ ਨਹੀਂ ਹੁੰਦਾ? ਉਹ ਜੋ ਬੋਲਦਾ, ਜੋ ਜਪਦਾ, ਉਹ ਜਾਣ ਕੇ ਨਹੀਂ ਜਪਦਾ। ਮੈਂ ਤੂੰ ਤੂੰ ਕਿਹਨੂੰ ਕਹਿੰਦਾ? ਕਿਹਨੂੰ ਕਹਿੰਦੇ ਹੋ ਤੁਸੀਂ? ਸੰਬੋਧਨ ਕਿਹਨੂੰ ਕਰਕੇ ਕੀ ਕਹਿ ਰਹੇ ਹੋ ਜਿਹਨਾਂ ਤੇ ਤੁਸੀਂ ਉਹਨੂੰ ਜਾਣਦੇ ਹੀ ਨਹੀਂ? ਸੰਬੋਧਨ ਕਿਹਨੂੰ ਕਰ ਰਹੇ ਹੋ? ਭਜਨ ਦਾ ਮਤਲਬ ਹੈ ਜੋੜਨ ਦੀ ਪ੍ਰਕਿਰਿਆ। ਸਾਧੂ ਭਜਨ ਕਰਦੇ ਨੇ, ਕਿਹਦੇ ਨਾਲ ਜੁੜਨਾ ਇਹ ਤਾਂ ਉਹਨਾਂ ਨੂੰ ਪਤਾ ਨਹੀਂ। ਜੁੜਦੇ ਕਿਹਦੇ ਨਾਲ ਨੇ? ਜੁੜਨ ਦੀ ਕੋਸ਼ਿਸ਼, ਯਾਨੀ ਭਜਨ ਕਰਨਾ, ਜੁੜਨ ਦੀ ਕੋਸ਼ਿਸ਼ ਕਰਨਾ ਕਿਸੇ ਨਾਲ। ਕਿਸੇ ਨਾਲ ਕੀ? ਜਿਹਨੂੰ ਉਹ ਪਰਮੇਸ਼ਰ ਜਾਂ ਰੱਬ ਮੰਨਦੇ ਨੇ, ਉਹਦੇ ਨਾਲ। ਉਹਦੇ ਬਾਰੇ ਜਾਣਦੇ ਹੈ ਨਹੀਂ। ਬਿਆਨ ਕਰ ਲਓ ਕਿਹਦੇ ਨਾਲ ਜੁੜਨਾ।
ਇੱਕ ਹੈ, ਪਰਮੇਸ਼ਰ ਹੈ, ਰੱਬ ਹੈ, ਉਹਦਾ ਬਿਆਨ ਕਿਤੇ ਕੀਤਾ ਕਿ ਸਾਨੂੰ ਕੋਈ ਕਿਤਾਬ ਲਿਖੀ ਹੈ? ਜਿੰਨੇ ਪ੍ਰਵਚਨ ਨੇ ਕਿਸੇ ਚ ਗੱਲ ਸਿੱਧ ਹੁੰਦੀ ਹੈ? ਜੁੜਨਾ ਪਹਿਲੀ ਤਾਂ ਗੱਲ ਭਜਨ ਦਾ ਨਾਲ ਜੁੜਨਾ ਹੀ ਨਹੀਂ ਹੈ ਇਹਨਾਂ ਨੇ ਮੰਨਿਆ ਹੋਇਆ। ਭਜ ਦਾ ਮਤਲਬ ਹੈ ਜੁੜਨਾ। ਭਜ ਦੇ ਖਿਲਾਫ ਹੈ ਲਫ਼ਜ਼ ਤਜ। ਇੱਕੋ ਪੰਕਤੀ ਵਿੱਚ ਭਾਜਾ ਤਜ ਵਰਤੇ ਹੋਏ ਨੇ। ਸਰੀਰ ਬਾਹਰਲਾ ਤਜਣਾ, ਅੰਦਰਲੇ ਮੂੜਨਾ ਭਜਣਾ, ਜੁੜਨਾ। ਗੋਬਿੰਦ ਭਜਨ ਦਾ ਮਤਲਬ ਹੈ ਗੋਬਿੰਦ ਨਾਲ ਜੁੜਨਾ। ਗੋਬਿੰਦ ਭਗਤ ਗੋਬਿੰਦ ਦਾ ਹੀ ਭਜਨ ਕਰਦਾ ਹੈ, ਕਿ ਉਹਦੇ ਨਾਲ ਜੁੜਦਾ ਆਪਣੇ ਮੂਲ ਨਾਲ, ਗੋਬਿੰਦ ਨਾਲ। ਗੋਬਿੰਦ ਭਗਤ ਕਹੇ ਮਨ ਵਿਸਰਾਮ, ਉਹਦੇ ਮਨ ਨੂੰ ਵਿਸਰਾਮ ਵੀ ਹੈ। ਇਹਨਾਂ ਦੇ ਕਾਹਦੇ ਨੂੰ ਵਿਸਰਾਮ ਬਈ? ਕੋਈ ਜਾਣਦੇ ਹੀ ਨਹੀਂ ਜੁੜਨਾ ਕਿਹਦੇ ਨਾਲ ਹੈ। ਇਹ ਗੱਲ ਦੱਸੀ ਹੈ ਗੁਰਬਾਣੀ ਨੇ, ਜੁੜਨਾ ਕਿਹਦੇ ਨਾਲ ਹੈ, ਕਿਹਨੇ ਜੁੜਨਾ ਹੈ, ਕਿਵੇਂ ਕਰਨਾ ਹੈ, ਭਜਨ ਕੀ ਹੁੰਦਾ ਹੈ। ਕਿਸੇ ਨੂੰ ਇਹੀ ਨਹੀਂ ਪਤਾ ਭਜਨ ਹੁੰਦਾ ਕੀ ਹੈ। ਗੁਰਬਾਣੀ ਦਾ ਇਸ ਤਰੀਕੇ ਨਾਲ ਸਾਰੀ ਲਫ਼ਜ਼ ਵਰਤੇ ਹੋਏ ਨੇ ਕਿ ਉਹਨਾਂ ਦਾ ਅਰਥ ਆਪਣੇ ਆਪ ਸਪਸ਼ਟ ਹੋ ਜਾਂਦਾ ਹੈ। ਇਹ ਲਫ਼ਜ਼ ਦਾ ਅਰਥ ਆ ਨਹੀਂ ਆਏ, ਇਹ ਡਿਕਸ਼ਨਰੀ ਹੈ ਕਿਸਮ ਦੀ ਭਾਸ਼ਾ ਦੀ। ਲਫ਼ਜ਼ਾਂ ਦੇ ਅਰਥ ਵਿੱਚ ਦਿੱਤੇ ਹੋਏ ਨੇ। ਜਿਵੇਂ ਅੰਧਾ ਅਸੀਂ ਕਹਿ ਦਿੰਦੇ ਹਾਂ, ਉਹ ਕਹਿੰਦੇ ਅੰਧੇ ਨਾ ਅੱਖੀਆਂ ਨੂੰ ਜਿਨ ਮੁਖ ਲੋਣ ਨਾ ਹੈ। ਜਿਹਨਾਂ ਦੀ ਅੱਖਾਂ ਨਹੀਂ ਨਾ ਬਾਹਰ ਚਿਹਰੇ ਦੇ ਉੱਤੇ, ਨੱਕ ਦੇ ਦੋਹੀਂ ਪਾਸੇ ਆਲੇ ਦੁਆਲੇ, ਉਹਨਾਂ ਨੂੰ ਅੰਨੇ ਨਹੀਂ ਕਹੀਦਾ ਹੁੰਦਾ, ਅੰਨੇ ਨਹੀਂ ਹੁੰਦੇ। ਉਹਦਾ ਨਾਮ ਮਨਾਖੇ ਲਫ਼ਜ਼ ਹੈ, ਮਨਾਖੇ। ਆਂਖੇ ਨਹੀਂ ਹੈ ਜਿਨ੍ਹਾਂ ਦੇ ਮਨ ਵਾਲੀਆਂ, ਇਹ ਮਨ ਵਾਲੀਆਂ ਅੱਖਾਂ ਨੇ। ਮਨ ਇੱਥੇ ਦੇਖਦਾ, ਇਹ ਅੱਖਾਂ ਮਨ ਦੀਆਂ ਨੇ, ਅੰਦਰਲੇ ਦੀਆਂ ਨਹੀਂ ਅੱਖਾਂ ਹੈ। ਉਹਦੀ ਅੱਖ ਉਹ ਸੁਪਨਾ ਦੇਖਦਾ ਜਾਂ ਰਾਤ ਨੂੰ। ਮਨ ਨਹੀਂ ਉਹਦੇ ਨਾਲ ਹੁੰਦਾ, ਬੁੱਧੀ ਹੁੰਦੀ ਹੈ। ਥੋੜਾ ਜਿਹਾ ਐਸਾ ਬੁੱਧੀ ਦਾ ਇਸਤੇਮਾਲ ਕਰਦਾ ਉਹ। ਬੁੱਧੀ ਉਸੇ ਦੀ ਹੈ, ਸ਼ਕਤੀ ਹੈ ਬੁੱਧੀ ਉਹਦੀ। ਬੁੱਧੀ ਕੋਈ ਵੱਖਰੀ ਚੀਜ਼ ਥੋੜੀ ਹੈ। ਉਹ ਉਹਦੀ ਆਪਣੇ ਧਿਆਨ ਦੀ ਸ਼ਕਤੀ ਹੈ, ਆਪਣਾ ਧਿਆਨ ਹੈ ਥੋੜੀ ਇੱਧਰ ਲਾ ਲੈਂਦਾ। ਐਵੇਂ ਗੱਲਾਂ ਕੀਤੀਆਂ ਹੋਈਆਂ ਮਨ ਬੁੱਧੀ ਇਹ ਉਹ ਕੁਝ ਵੀ ਨਹੀਂ ਹੈਗਾ। ਬੁੱਝਣ ਵਾਲੀ ਗੱਲ ਹੈ, ਗੱਲ ਇੱਕੋ ਹੀ ਹੈ, ਇੱਕੋ ਹੀ ਹੈ। ਪਿੱਛੇ ਮਨ ਹੈਗਾ, ਥੋੜਾ ਜਿਹਾ ਇੱਧਰ ਇਸਤੇਮਾਲ ਕਰ ਲਿਆ। ਮਨ ਉਹਦੇ ਬਾਕੀ ਬਿਲਕੁਲ ਨਹੀਂ ਹੈ। ਅਸੀਂ ਬਣੋਟੀ ਗੱਲ ਹੈ ਬਣਾਈ ਹੋਈ। ਆਪੇ ਬੇਈਮਾਨ ਹੈ ਅੰਦਰਲਾ ਬ੍ਰਹਮ, ਆਪੇ ਬੇਈਮਾਨ ਹੈ ਬ੍ਰਹਮ। ਜੇ ਪੂਰਨ ਬ੍ਰਹਮ ਹੋਊਗਾ ਇਮਾਨਦਾਰ ਹੈ, ਇਮਾਨਦਾਰ ਹੋ ਜੂਗਾ ਪੂਰਨ ਬ੍ਰਹਮ। ਨਹੀਂ ਉਹਦੀ ਡਿਫੈਕਟ ਹੈ ਕਿਤੇ ਅੰਦਰ, ਭਰਮ ਹੈ ਵੀ ਮੈਨੂੰ ਇੱਥੋਂ ਫਾਇਦਾ ਹੋ ਜੂ, ਮੈਂ ਆਪਣੀ ਬੁੱਧੀ ਨਾਲ ਆਪਣੀ ਅਕਲ ਨਾਲ ਸੌਖਾ ਤਰੀਕੇ ਨਾਲ ਭਵ ਸਾਗਰ ਪਾਰ ਕਰ ਲੂੰਗਾ। ਆਹ ਗੱਲ ਹੈ, ਹੋਰ ਤਾਂ ਕੁਝ ਵੀ ਨਹੀਂ। ਆਪਣੇ ਭਾਣੇ ਚੱਲਦਾ, ਆਪਣਾ ਤਰੀਕਾ ਇਸਤੇਮਾਲ ਕਰਕੇ ਮੈਂ ਸੌਖੇ ਤਰੀਕੇ ਨਾਲ ਨਿਕਲ ਜੂਗਾ ਇੱਥੋਂ। ਇਹੀ ਆ ਮੱਤਾਂ ਬਣੀਆਂ ਹੋਈਆਂ ਨੇ, ਇਹ ਸੰਤਾਂ ਦੀਆਂ ਮਰਿਆਦਾ ਬਣਦੀਆਂ ਨੇ। ਧਰਮ ਨੂੰ ਸੌਖਾ ਬਣਾਓ ਜੀ, ਸੌਖਾ ਬਣਾਉਂਦੇ ਬਣਾਉਂਦੇ ਨਸ਼ਟ ਕਰ ਲਿਆ ਸਭ ਕੁਝ। ਆਪਣੀ ਮੱਤ ਬਾੜਤੀ ਨਾ ਆ ਕੇ। ਇਹ ਸਾਰਾ ਪਾਜ ਖੋਲਦੀ ਹੈ ਸੁਖਮਨੀ ਦੀ ਬਾਣੀ। ਤੁਹਾਨੂੰ ਸੁਖ ਕਿਉਂ ਨਹੀਂ ਹੋਇਆ, ਕਿਵੇਂ ਸੁਖ ਹੁੰਦਾ ਹੈ। ਸਾਰੀਆਂ ਮੱਤਾਂ ਇੱਕ ਪਾਸੇ ਨੇ, ਗੁਰਮਤ ਇੱਕ ਪਾਸੇ ਹੈ। ਜਦੋਂ ਸਾਰੀ ਗੱਲ ਸਮਝ ਆ ਗਈ, ਆਪੇ ਮਨ ਖੜ ਜੂਗਾ। ਦੈ ਦਸਤਾਵਤ ਆਵੇ ਠਾਏ, ਆਪੇ ਠਿਕਾਣੇ ਹੋ ਕੇ ਖੜ ਜੂਗਾ। ਜਾਂ ਆਲੇ ਦੁਆਲੇ ਸਾਰੀਆਂ ਮੱਤਾਂ ਇਹਦੀ ਮੌਤ ਦਾ ਸਮਾਨ ਲਈ ਖੜੀਆਂ ਨੇ। ਜਿੰਨੀਆਂ ਵੀ ਮੱਤਾਂ ਨੇ, ਜਿੰਨੇ ਵੀ ਸੰਤ ਨੇ, ਸਭ ਦੇ ਹੱਥ 'ਚ ਫਾਂਸੀ ਦੇ ਤੰਦ ਨੇ ਫੜੇ ਹੋਏ। ਮੋਹ ਵੀ ਹੈ, ਫਾਂਸੀ ਦੇ ਤੰਦੇ, ਉਹ ਹੀ ਤਾਂ ਫਾਂਸ ਹੈ। ਮੋਹ ਕੌਣ ਛਡਾਉਂਦਾ ਇਹਨਾਂ ਚੋਂ? ਮੋਹਨ ਜਾਲ 'ਚ ਫਸਾਉਂਦੇ ਨੇ ਸੰਤ। ਮੋਹਨ ਜਾਲ ਤਾਂ ਕਰਾਮਾਤ ਸਮਝਦੇ ਨੇ ਆਪਣੀ, ਸਾਡੇ ਕੋਲ ਕਰਾਮਾਤ ਹੈ। ਇਹਦੇ ਨਾਲ ਅਸੀਂ ਆਪਣੇ ਨਾਲ ਜੋੜਦੇ ਹਾਂ ਲੋਕਾਂ ਨੂੰ, ਤੇ ਜਾਲ ਹੈ। ਇਹਨਾਂ ਦਾ ਇੱਕ ਇੱਕ ਪਰਦਾ ਫਾਸ਼ ਕੀਤਾ ਹੋਇਆ ਗੁਰਮਤਿ ਨੇ। ਜਿਹਨੂੰ ਗੁਰਮਤਿ ਸੋਝੀ ਆ, ਇੱਕ ਇੱਕ ਪਰਦਾ ਥੱਲੇ ਤੱਕ ਫਾਸ਼ ਕਰਕੇ ਛੱਡਣਗੇ। ਇਹਨਾਂ ਨੇ ਕੀ ਸਮਝਿਆ ਵੀ ਸਾਡਾ ਪਤਾ ਹੀ ਨਹੀਂ। ਔਰ ਅਪਰਾਧੀ ਨੇ, ਅਪਰਾਧੀ ਦਾ ਪਰਦਾ ਫਾਸ਼ ਹੋਣਾ ਚਾਹੀਦਾ। ਸੰਗਤ ਦੀ ਅਦਾਲਤ ਹੈ, ਵਿੱਚ ਸੰਗਤ ਹਰ ਪ੍ਰਭ ਬਸੇ ਜੀਓ। ਸੰਗਤ ਵਾਸਤੇ ਭੇਜਾ ਬਾਣੀ ਤੁਰਕੀ, ਸੰਗਤ ਵਾਸਤੇ ਇਹਨਾਂ ਕੁਝ ਕੀਤਾ ਪਰਮੇਸ਼ਰ ਨੇ ਇੰਤਜ਼ਾਮ। ਇਹਨਾਂ ਨੇ ਆ ਸੰਗਤ ਨਾਲ
ਧਰੋਹ ਕੀਤਾ। ਫਸਾਉਣ ਦੇ ਸਾਰੇ ਫਾਂਸਣ ਕੀ ਵਿਧੀ ਸਭ ਕੋ ਜਾਣਾ। ਇਹਨਾਂ ਨੂੰ ਫਸਾਉਣ ਵਾਲੀਆਂ ਵਿਧੀਆਂ ਸਾਰੇ ਜਾਣਦੇ ਨੇ। ਇਹ ਕਬੀਰ ਕਹਿੰਦਾ ਕਿ ਫਾਂਸਣ ਕੀ ਵਿਧੀ ਸਭ ਕੋ ਜਾਣਾ। ਫਾਂਸੀ ਦੇਣਾ ਹਰੇਕ, ਸਾਰੇ ਹੀ ਖੜੇ ਨੇ ਸੰਤ ਤੰਦ ਨਹੀਂ ਇਹਦੇ ਗਲ 'ਚ ਫਾਂਸੀ ਪਾਉਣ ਨੂੰ। ਇੱਕ ਵੀ ਮੁਕਤ ਕਹੇ ਸੰਤ ਮੈਂ, ਜਿਹੜਾ ਸੰਤ ਮੁਕਤੀ ਵੱਲ ਜਾ ਰਿਹਾ ਉਹ ਕਹਿੰਦਾ ਹੀ ਨਹੀਂ ਇਹ ਗੱਲ ਜਿਹੜੀ ਇਹ ਕਹਿੰਦੇ ਨੇ। ਉਹ ਅੱਡ ਬੈਠੇ ਨੇ, ਹੈਗੇ ਉਹ ਵੀ ਬਥੇਰੇ ਨੇ, ਸਾਨੂੰ ਪਤਾ। ਉਹਨਾਂ ਦੀ ਗੱਲ ਨਹੀਂ ਅਸੀਂ ਕਰ ਰਹੇ, ਇਹਨਾਂ ਦੀ ਕਰ ਰਹੇ ਹਾਂ। ਉਹ ਆਪਣੇ ਆਪ ਨੂੰ ਸੰਤ ਵੀ ਨਹੀਂ ਕਹਿੰਦੇ। ਉਹ ਕਾਹਨੂੰ ਕਹਿੰਦੇ ਨੇ ਸੰਤ? ਇਹ ਤਾਂ ਇਹੀ ਕਹਿੰਦੇ ਨੇ, ਇਹਨਾਂ ਨੇ ਬੋਲ ਲਾਏ ਹੋਏ ਤੇ ਜਵਾਬ ਇਹ ਦੇਣ ਵਿੱਚ ਸੰਗਤ ਹਰ ਪ੍ਰਭ ਬਸੇ ਜੀਓ। ਇਹ ਸਾਰੀ ਸੰਗਤ ਦੇ ਵਿੱਚ ਬਸਦਾ ਉਹ ਹਰ ਪ੍ਰਭ, ਸਭ ਦੇ ਅੰਦਰ ਬ੍ਰਹਮ ਹੈ। ਜਿਹੜੇ ਚੰਗੇ ਨੇਕ ਬ੍ਰਹਮ ਨੇ ਤੁਹਾਨੂੰ ਚੰਗਾ ਨਹੀਂ ਸਮਝਦੇ ਸੰਤਾਂ ਨੂੰ, ਉਹਨਾਂ ਦੇ ਮੁਲਜ਼ਮ ਤਾਂ ਦੁਆ ਦੇ ਹੋ ਜਾਣੀ, ਉਹ ਤੁਹਾਨੂੰ ਮੁਲਜ਼ਮ ਮੰਨਦੇ ਨੇ। ਪਹਿਲੀ ਇਹਦਾ ਉਹ ਇਹ ਦੂਏ ਜਿਹੜੇ ਮੂਰਖੰਦ ਕੋਲ ਨੇ ਵਿਚਾਰੇ, ਇਹ ਹੁਣ ਗੁਰਬਾਣੀ ਦੇ ਉੱਤੇ ਜਿਹੜੀ ਹੈ ਨਾ ਵਿਚਾਰ, ਇਹ ਸੁਣ ਕੇ ਸਮਝ ਕੇ ਇਹ ਵੀ ਐਂ ਛੱਡ ਜਾਣਗੇ ਜਿਵੇਂ ਇੱਕ ਮੌਸਮ ਦੇ ਵਿੱਚ ਦਰਖਤ ਦੇ ਪੱਤੇ ਤਾਂ ਜਾਂਦੇ ਨੇ, ਉਹਨੂੰ ਇਹ ਪੱਤੇ ਹੀ ਨਾ। ਫਿਰ ਉਹ ਸੁੱਕੇ ਹੋਏ ਦਰਖਤ ਦੀ ਹਾਲਤ ਜਿਹੀ ਜਿਹੀ ਹੁੰਦੀ ਹੈ, ਕੱਲੇ ਕੱਲੇ ਡੇਰੇ ਦੀ ਹੋ ਜਾਊਗੀ। ਪਿੱਛੇ ਵੀ ਬਥੇਰੇ ਬਰਾਗੀਆਂ ਦੇ ਡੇਰੇ ਦੇਖ ਲਓ ਕੀ ਹਾਲ ਹੈ, ਜੋਗੀਆਂ ਦੇਖ ਲਓ ਕੀ ਹਾਲ ਹੈ। ਆ ਜਿਹੜੇ ਸੀਗੇ ਪਿੱਛੇ ਬਣੇ ਪੀਰਖਾਨੇ, ਉੱਥੇ ਢੋਲ ਵੱਜਦਾ ਵੀਰਵਾਰ ਦਾ, ਉੱਥੇ ਦੇਖ ਲਓ ਕੀ ਹਾਲ ਹੈ। ਉਹ ਜਿਹੜੇ ਗੁੱਗੇ ਦੀਆਂ ਮਾੜੀਆਂ ਨੇ, ਇਹ ਵੀ ਕਈ ਵਾਲੇ ਧਰਮ ਦੀ ਦੇਖ ਲਓ ਕੀ ਹਾਲ ਹੈ। ਪਰ ਉਹਨਾਂ ਨੇ ਆ ਕੁਛ ਨਹੀਂ ਕੀਤਾ ਜੋ ਤੁਸੀਂ ਕਰਤਾ। ਤੁਹਾਡਾ ਅਪਰਾਧ ਵੱਡਾ, ਤੁਹਾਡਾ ਇਦੋਂ ਭੈੜਾ ਹਾਲ ਹੋਊਗਾ। ਕਿਉਂਕਿ ਅਪਰਾਧ ਉਹਨਾਂ ਨੇ ਅਪਰਾਧ ਨਹੀਂ ਸੀ ਕੀਤਾ, ਗਿਆਨ ਘੱਟ ਸੀ। ਜਦ ਗਿਆਨ ਗਾਂ ਆ ਗਿਆ, ਆੜੇ ਨਹੀਂ ਚੁੱਪ ਹੋ ਗਏ। ਚੁੱਪ ਹੋ ਕੇ ਤਾਂ ਭੀੜ ਘਟ ਗਈ। ਆਖਰੀ ਪੰਕਤੀ ਆ ਜਾਂਦੀ ਹੈ ਉਹਨਾਂ ਲੋਕਾਂ ਦੀ, ਸਾਖਤਾਂ ਦੀ, ਜਿਹੜੇ ਵਿੱਚ ਆ ਕੇ ਗੁਰੂ ਘਰ ਦੇ ਤੇ ਦੂਏ ਧਰਮ ਦੇ ਵਿੱਚ ਆ ਕੇ ਧਰਮ ਨੂੰ ਡੋਬਣ ਵਾਲੇ ਹੁੰਦੇ ਨੇ। ਜਿਨ੍ਹਾਂ ਨੇ ਗੁਰਮਤਿ ਧਾਰਨ ਕਰਕੇ ਸੋਕਾਲ ਅੰਮ੍ਰਿਤ ਛਕ ਕੇ ਰਹਿਤਾਂ ਰੱਖ ਕੇ ਕਸ਼ਹਿਰੇ ਪਾ ਕੇ ਧਰਮ ਦਾ ਨੁਕਸਾਨ ਨੋਇੰਗਲੀ ਕੀਤਾ ਹੈ, ਉਹਨਾਂ ਨੂੰ ਮਾਫੀ ਪਰਮੇਸ਼ਰ ਦੇਊਗਾ। ਇਹ ਸਾਰੀ ਜਨਤਾ ਸਾਰੀ ਦੇ ਵਿੱਚ ਪਰਮੇਸ਼ਰ ਦੇ ਦੂ, ਕੋਈ ਗੱਲ ਹੈ। ਵਿੱਚ ਸੰਗਤ ਹਰ ਪਰ ਬਸੇ ਜੀਓ, ਉਹਨਾਂ ਨੂੰ ਆਪਣੀ ਕੀਤੀ ਦਾ ਫਲ ਪਾਉਣਾ ਪਊਗਾ। ਕੀਤੀ ਦਾ ਫਲ ਕਿੱਥੇ ਆ? ਗੁਰਮਤਿ ਸਾਰਾ ਦੱਸਿਆ ਹੋਇਆ ਹੈ। ਸੁਲੀ ਦੀ ਗੱਲ ਹੈ। ਸੁਲੀ ਵੀ ਕੋਈ ਆਦਮੀ ਨਹੀਂ ਸੀਗਾ, ਸੁਲੀ ਉਹੀ ਹੈ ਜਿਹਦੇ ਅੰਦਰ ਸੁਲਗਦੀ ਹੈ ਅੱਗ ਗੁਰਮਤਿ। ਜੋ ਅਸੀਂ ਬੋਲਦੇ ਹਾਂ ਨਾ, ਜਦੋਂ ਗੁਰਬਾਣੀ ਦਾ ਪ੍ਰਚਾਰ ਹੁੰਦਾ, ਜਿਨ੍ਹਾਂ ਦੇ ਅੰਦਰ ਸੁਲਗਦੀ ਹੈ ਜ਼ਿਆਦਾ, ਉਹਦੇ ਖਿਲਾਫ ਵੀ ਇਹਨੂੰ ਕਿਵੇਂ ਖਤਮ ਕਰੀਏ, ਕਿਵੇਂ ਵੱਧਦੀ ਜਾਂਦੀ ਹੈ ਗੁਰਮਤਿ ਦੀ ਵਿਚਾਰਧਾਰਾ, ਇਹਨੂੰ ਕਿਵੇਂ ਰੋਕਿਆ ਜਾਵੇ, ਉਹ ਸੁਲਹੀ ਨੇ। ਉਹਨੂੰ ਸੁਲਹੀ ਕਿਹਾ ਹੋਇਆ ਜਿਹਦੇ ਵਿੱਚ ਚਿੰਤਾ ਦੀ ਅੱਗ ਜੜੇ, ਜਿਹਦੇ ਅੰਦਰ ਧੁਖੇ ਜਿਹਦਾ ਅੰਦਰ ਮਲੀ ਮੰਗੂ ਕਿ ਇਹ ਕੀ ਹੋ ਗਿਆ, ਇਹ ਤਾਂ ਫਿਰ ਮੈਨੂੰ ਸੁਧਰਨਾ ਪਊਗਾ, ਇਹ ਤਾਂ ਮੇਰੇ ਘਰ ਨੂੰ ਅੱਗ ਆਉਂਦੀ ਹੈ। ਅੱਗ ਉਹਦੇ ਘਰ ਨੂੰ ਜਾ ਰਹੀ ਹੈ, ਉਹਦੀ ਸਰਦਾਰੀ ਜਾ ਰਹੀ ਹੈ, ਉਹ ਸਭ ਕੁਝ ਨਸ਼ਟ ਕਰਨ ਜਾ ਰਹੀ ਹੈ। ਉਹ ਜਿਹੜੇ ਅੜ ਜਾਂਦੇ ਨੇ ਸਖਤ ਹੁੰਦੇ ਨੇ। ਸੰਸਾਰ ਨੂੰ ਜਾਂ ਸਾਖਤ ਦੀ ਪਛਾਣ ਆ ਜਾਂਦੀ ਹੈ। ਜਿਨ੍ਹਾਂ 'ਚ ਛੁਪੇ ਰਹਿੰਦੇ ਨੇ ਚੋਰ ਡਾਕੂ, ਛੁਪੇ ਰਹਿੰਦੇ ਨੇ, ਜਦ ਫੜੇ ਜਾਂਦੇ ਨੇ ਫਿਰ ਜਦ ਦੁਨੀਆ ਦੀ ਪਛਾਣ 'ਚ ਆ ਜਾਂਦੇ, ਸਮਝ ਆ ਜਾਂਦੀ ਹੈ, ਆਏ ਗਈ ਜਿਨ੍ਹਾਂ ਨੂੰ ਅਸੀਂ ਬੰਦੇ ਬਹਾਦਰ ਦੀ ਨਹੀਂ ਪਛਾਣ, ਜਿਹੜੇ ਪ੍ਰਚਾਰ ਕਰਦੇ ਨੇ ਉਹਦੀ ਜਾਜਾਕਾਰ ਕਰਦੇ ਨੇ, ਉਹ ਉਦੋਂ ਵੀ ਤੱਤ ਖਾਲਸੇ ਦੇ ਖਿਲਾਫ ਸੀ, ਅੱਜ ਵੀ ਖਿਲਾਫ ਨੇ, ਉਦੋਂ ਵੀ ਖਿਲਾਫ ਸੀ। ਉਹੀ ਰਾਜ ਕਰੇਗਾ ਖਾਲਸਾ ਦੇ ਪਿੱਛੇ ਸਲੋਗਨ ਲਾਉਂਦੇ ਸੀ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ। ਇਹ ਤੇ ਖਿਲਾਫ ਉਹਨਾਂ ਨੇ ਇਹ ਘੜੇ ਸੀ ਗੱਲ। ਗੁਰੂ ਕਹਿੰਦਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਉਹ ਕਹਿੰਦੇ ਰਾਜ ਕਰੇਗਾ ਖਾਲਸਾ। ਗੁਰੂ ਹੁੰਦਾ ਕੌਣ ਹੈ? ਅਸੀਂ ਉੱਥੇ ਬਾਕੀ ਹਾਂ, ਅਸੀਂ ਕਰਾਂਗੇ।
ਇਹਦਾ ਮਤਲਬ ਇਹ ਨਹੀਂ ਬਣਦਾ ਰਾਜ ਕਰੇਗਾ ਖਾਲਸਾ ਦਾ, ਇਹੀ ਮਤਲਬ ਬਣਦਾ ਅਸੀਂ ਕਰਾਂਗੇ ਰਾਜ, ਹਟਾਵੇ ਕੌਣ ਹਟਾਉਂਦਾ। ਤੇ ਗੁਰੂ ਨੂੰ ਚੈਲੰਜ ਹੈ ਗੱਲ ਦਾ, ਲੈ ਲਓ ਰਾਜ, ਨਾ ਦੇਣ ਦੇਣਾ ਵੀ ਤੁਹਾਨੂੰ ਹੁਣ ਰਾਜ ਸੌਖਾ ਹੀ ਲੈ ਕੇ ਤਾਂ ਦੇਖ ਲਓ, ਮੋਰਚਾ ਲਾ ਕੇ ਸਵਾਦ। ਜੇ ਕੋਈ ਮਗਰ ਚੱਲਿਆ ਕਿ ਤੁਹਾਨੂੰ ਜਿਹੜਾ ਛੱਡ ਜਾਓਗੇ ਸਾਰੀ ਜ਼ਿੰਦਗੀ। ਬਹੁਤ ਨੁਕਸਾਨ ਕਰ ਲਿਆ, ਹੁਣ ਨਹੀਂ ਹੁਣ ਦੇਣਾ ਨੁਕਸਾਨ ਕਿਸੇ ਨੂੰ। ਗੁਰੂਆਂ ਦੀ ਸਾਰੀ ਕੁਰਬਾਨੀਆਂ ਇੰਨੀ ਘਾਲਣਾ ਤੇ ਤੁਸੀਂ ਮਿੱਟੀ ਮਾਰ ਖੇ ਮਿਲਾ ਕੇ ਰੱਖਤੀ, ਤੇ ਅਸੀਂ ਬੋਲੀਏ ਨਾ, ਅਸੀਂ ਚੰਗਾ ਵਰਦਾਨ, ਅਸੀਂ ਵਾਰਸ ਉਹਨਾਂ ਦੇ ਬੋਲਾਂਗੇ। ਅਸੀਂ ਵਾਰਸ ਲੜਦੇ ਹੀ ਹੁੰਦੇ ਨੇ, ਜਿੰਨੀ ਦੇਰ ਬਾਅਦ ਮਰਜੀ ਆ ਜੇ ਵਾਰਸ ਆਪਣੀ ਜਾਇਦਾਦ ਤੇ ਆਪਣੀ ਪਰੰਪਰਾ ਤੇ ਆ ਕੇ ਲੜੂਗਾ, ਉਹ ਆਪਣੇ ਹੱਕ ਤੇ ਲੜੂਗਾ, ਮਰੂਗਾ, ਸਭ ਕੁਝ ਕਰੂਗਾ, ਹੱਕ ਹੈ ਸਾਡਾ। ਅਸੀਂ ਵਾਰਸ ਹਾਂ ਇਸ ਵਿਚਾਰਧਾਰਾ ਦੇ, ਵਾਰਸ ਸਾਰੇ ਹੀ, ਅਸੀਂ ਇਕੱਲੇ ਹਾਂ। ਵਾਰਸ ਬਣੋ ਜਿਹਨੇ ਬਣਨਾ, ਵਾਰਸ ਬਣੋ, ਸਵਾਦ ਦੀ ਗੱਲ ਇਹ। ਵਿਗਾੜਨ ਵਾਲੇ ਨੂੰ ਕੌਣ ਵਿਗਾੜਨ ਦਊਗਾ? ਸੰਵਿਧਾਨ ਹੈ ਹਿੰਦੁਸਤਾਨ ਦਾ, ਦੇਖਾ ਪਹਿਲਾਂ ਕੋਈ ਵਿਗਾੜ ਕੇ ਦਿਖਾਵੇ ਇਹਨੂੰ, ਕਿਵੇਂ ਵਿਗਾੜ ਦੂ? ਖਿਲਾਫ ਬੋਲ ਕੇ ਵੀ ਦਿਖਾ ਦੇਵੇ, ਅਗਲੇ ਅੰਦਰ ਛੱਡ ਦੇਣਗੇ ਚੱਕ ਕੇ ਜੇਲ੍ਹ 'ਚ, ਮਾਫੀ ਮੰਗੇ ਬਿਨਾਂ ਛੱਡਦੇ ਹੀ ਨਹੀਂ। ਇਹ ਸੰਵਿਧਾਨ ਹੈ ਪਰਮੇਸ਼ਰ ਦਾ ਬਣਾਇਆ ਹੋਇਆ, ਉਹ ਸਾਡਾ ਬਣਾਇਆ ਹੋਇਆ, ਅਸੀਂ ਉਹਦਾ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਦਾ ਕਿਵੇਂ ਕਰ ਲਾਂਗੇ ਬਰਦਾਸ਼ਤ? ਤੁਸੀਂ ਆਪਣੇ ਸੰਵਿਧਾਨਾਂ ਦੀ ਇੰਨੀ ਰਾਖੀ ਕਰਦੇ ਹੋ, ਅਸੀਂ ਆਪਣੇ ਦੀ ਨਹੀਂ ਕਰਾਂਗੇ। ਸਾਨੂੰ ਹੱਕ ਹੈ ਆਪਣੇ ਸੰਵਿਧਾਨ ਬਾਰੇ ਬੋਲਣ ਦਾ। ਇਹਨੂੰ ਇੰਟਰਪ੍ਰੈਟ ਠੀਕ ਕਰੋ, ਨਹੀਂ ਚੁੱਪ ਰਹੋ, ਜਾਂ ਤਾਂ ਠੀਕ ਇੰਟਰਪ੍ਰੈਟ ਕਰੋ, ਨਹੀਂ ਕਰ ਸਕਦੇ ਸੁਣ ਲਓ। ਹਾਂ ਅਸੀਂ ਗਲਤ ਕਰੀਏ ਫਿਰ ਵਿਚਾਰ ਕਰ ਲਓ, ਬਹਿ ਜਾਓ। ਲੇਕਿਨ ਦੁਨੀਆ ਦੇ ਕਾਨੂੰਨ ਅੰਦਰ ਰਹਿ ਕੇ ਸਭ ਕੁਝ ਹੋਊਗਾ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸਭ ਕੁਝ ਹੋਊਗਾ। ਅਮਨ ਸ਼ਾਂਤੀ ਭੰਗ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ। ਉਹ ਤਾਂ ਜਿਹਨਾਂ ਰਾਜ ਕਰਨਾ ਉਹ ਕਰਦੇ ਹੁੰਦੇ ਅਮਨ ਭੰਗ। ਸਾਡੀ ਤਾਂ ਇੱਛਾ ਹੀ ਕੋਈ ਨਹੀਂ, ਸਾਡੀ ਤਾਂ ਇੱਕੋ ਹੀ ਇੱਛਾ, ਉਹ ਜੋ ਮੈਸੇਜ ਹੈ ਪਰਮੇਸ਼ਰ ਦਾ, ਉਹ ਹੂ ਬਹੂ ਲੋਕਾਂ ਕੋਲ ਪਹੁੰਚੇ, ਤਾਂ ਕਿ ਲੋਕ ਇਹ ਤੋਂ ਲਾਭ ਉਠਾਉਣ। ਜਿਨ੍ਹਾਂ ਨੇ ਉਠਾਉਣਾ ਉਠਾਉਣ, ਜਿਹਨੇ ਨਹੀਂ ਉਠਾਉਣਾ ਆਪਣੇ ਨਾ ਉਠਾਉਣ। ਕੋਈ ਕਹਿੰਦਾ ਵੀ ਜ਼ਬਰਦਸਤੀ ਉਠਾਓ, ਪਰ ਤੁਸੀਂ ਮੈਸੇਜ ਠੀਕ ਕਿਉਂ ਨਹੀਂ ਕਨਵੇ ਹੋਣ ਦਿੰਦੇ? ਕੋਈ ਨਹੀਂ ਰੋਕ ਸਕਦਾ ਮੈਸੇਜ ਕਨਵੇ ਕਰਨ ਤੇ ਸਹੀ। ਹਾਂ ਗਲਤ ਵਾਲੇ ਨੂੰ ਤਾਂ ਅਸੀਂ ਉਹ ਰੋਕਦੇ ਹਾਂ, ਜਿਹੜਾ ਗਲਤ ਕਰਦਾ ਉਹਨੂੰ ਅਸੀਂ ਉਹ ਰੋਕਦੇ ਹਾਂ, ਅਸੀਂ ਉਹਦੇ ਖਿਲਾਫ ਬੋਲਦੇ ਹਾਂ। ਸਾਡੇ ਖਿਲਾਫ ਬੋਲੋ, ਰੱਜ ਕੇ ਖੁੱਲ ਕੇ ਬੋਲੋ। ਜੇ ਅਸੀਂ ਕਨਵੇ ਗਲਤ ਕਰਦੇ ਅਸੀਂ ਕਦ ਕਹਿੰਦੇ ਨਾ ਬੋਲੋ? ਬੋਲਣ ਦਾ ਸਭ ਨੂੰ ਰਾਈਟ ਹੈ, ਬਾਕੀ ਅਦਾਲਤ ਦੱਸ ਦੂਗੀ, ਪਬਲਿਕ ਦੱਸ ਦੂਗੀ ਕਿਹੜਾ ਗਲਤ ਹੈ ਕਿਹੜਾ ਠੀਕ ਹੈ। ਸਾਡੀ ਗਲਤੀ ਉਹ ਅਸੀਂ ਮੰਨਾਂਗੇ, ਤੁਸੀਂ ਮੰਨਿਓ ਨਾ ਮੰਨਿਓ ਤੁਹਾਡੀ ਮਰਜ਼ੀ ਹੈ। Thank you.